ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਦਿੱਲੀ ਕੋਲ ਅੰਦਰੂਨੀ ਕਾਂਬੇ ਤੋਂ ਭਾਜਪਾ ਹਿੱਲੀ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬੜੀ ਮਿਹਰਬਾਨੀ ਆਤਿਸ਼। ਚਰਨਜੀਤ ਜੀ, ਕੱਲ ਤੋਂ ਪੰਜਾਬ ਦੇ ਵਿੱਚ ਜਿਹੜਾ ਠੰਡ ਵੱਧਦੀ ਜਾ ਰਹੀ ਹੈ ਤੇ ਉਧਰ ਦਿੱਲੀ ਦੇ ਵਿੱਚ ਕਿਸਾਨਾਂ ਨੇ ਪਾਰਾ ਜਿਹੜਾ ਹੈਗਾ ਚੜਾ ਰੱਖਿਆ ਹੈ। ਭਾਜਪਾ ਵੀ ਬਾਹਰੋਂ ਬੇਸ਼ੱਕ ਵੱਡੇ ਵੱਡੀ ਵੜਕਾਂ ਮਾਰ ਰਹੀ ਹੈ, ਪਰ ਅੰਦਰੂਨੋਂ ਕਿਤੇ ਨਾ ਕਿਤੇ ਭਾਜਪਾ ਨੂੰ ਵੀ ਜਿਹੜਾ ਹੈਗਾ ਕਾਂਬਾ ਛਿੜਿਆ ਹੋਇਆ। ਅਸੀਂ ਜਾਣਨਾ ਚਾਹਾਂਗੇ ਇਸ ਮੌਸਮ ਦੇ ਵਿੱਚ ਕੇਂਦਰ ਸਰਕਾਰ ਦੀ ਅੰਦਰੂਨੀ ਸਥਿਤੀ ਕੀ ਬਣੀ ਹੋਈ ਹੈ ਤੇ ਉਹ ਕਿਸਾਨਾਂ ਨਾਲ ਗੱਲਬਾਤ ਕਰਨ 'ਚ ਕਿੱਥੇ ਕੁ ਪਹੁੰਚ ਚੁੱਕੀ ਹੈ। ਆਤਿਸ਼ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਕਿ ਪੰਜਾਬ ਦੇ ਵਿੱਚ ਜਿਹੜੀ ਠੰਡ ਹੈ ਉਹ ਬੀਤੀ ਕੱਲ ਤੋਂ ਜਿਹੜੀ ਕਾਫੀ ਵੱਧ ਗਈ ਹੈਗੀ ਹੈ, ਤੇ ਇਸੇ ਦੌਰਾਨ ਹੀ ਜਿਹੜਾ ਦਿੱਲੀ ਦੇ ਵਿੱਚ ਕਿਸਾਨ ਘੋਲ ਚੱਲ ਰਿਹਾ ਹੈ ਉਹਦੇ ਵਿੱਚ ਜਿਹੜਾ ਇਕੱਠ ਹੈ ਉਹ ਵੀ ਕਾਫੀ ਵੱਧ ਗਿਆ ਹੈਗਾ। ਤੇ ਇਕੱਠ ਵਧਣ ਦੇ ਨਾਲ ਉਸ ਕਿਸਾਨ ਅੰਦੋਲਨ ਦਾ ਜਿਹੜਾ ਦਾਇਰਾ ਹੈ ਉਹ ਵੀ ਨਾਲ ਵਧਿਆ ਹੈਗਾ। ਤੇ ਦੂਸਰੀ ਤਰਫ ਜਿਹੜਾ ਭਾਜਪਾ ਹੈ ਜਾਂ ਆਪਾਂ ਕਹਿ ਲਈਏ ਕਿ ਭਾਰਤ ਸਰਕਾਰ ਹੈ, ਉਹਨੂੰ ਇਸ ਠੰਡ ਦੇ ਮੌਸਮ ਦੇ ਵਿੱਚ ਕਾਫੀ ਕਾਂਬਾ ਛਿੜਿਆ ਹੈ। ਹੁਣ ਕਹਿ ਤਾਂ ਉਹ ਇਹ ਰਹੇ ਨੇ ਕਿ ਵਾਕਈ ਸਾਨੂੰ ਠੰਡ ਕਰਕੇ ਕੰਬਣੀ ਛਿੜੀ ਹੋਈ ਹੈ, ਪਰ ਅਸਲੀ ਗੱਲ ਇਹ ਅੰਦਰੋਂ ਕਿ ਜਿਹੜਾ ਕਿਸਾਨਾਂ ਨੇ ਤਪਸ ਬਣਾਈ ਹੈ ਦਿੱਲੀ ਦੀਆਂ ਦਹਲੀਜ਼ ਤੇ ਜਾ ਕੇ, ਉਹਨਾਂ ਦੇ ਬਾਰਡਰ ਤੇ ਜਾ ਕੇ, ਉਸ ਤੋਂ ਭਾਜਪਾ ਅੰਦਰੋਂ ਹਿੱਲੀ ਹੋਈ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸੈਂਟਰ ਗਵਰਨਮੈਂਟ ਨੂੰ, ਖਾਸ ਕਰਕੇ ਭਾਜਪਾ ਦੀ ਸਰਕਾਰ ਨੂੰ ਪਿਛਲੇ 6 ਵਰਿਆਂ ਦੇ ਵਿੱਚ ਪਹਿਲੀ ਵਾਰ ਐਡੀ ਵੱਡੀ ਜਿਹੜਾ ਚੈਲੰਜ ਹੈ ਜਿਹੜਾ ਉਹ ਖੜਾ ਹੋਇਆ ਹੈ। ਕਦੇ ਵੀ ਭਾਜਪਾ ਨੂੰ ਇਦਾਂ ਦੇ ਵੱਡੇ ਵੱਡੇ ਫੈਸਲੇ ਕੀਤੇ ਉਹਨਾਂ ਨੇ, ਕਦੇ ਵੀ ਇਹ ਦਿਨ ਉਹਨਾਂ ਨੂੰ ਦੇਖਣੇ ਨਹੀਂ ਪਏ। ਪਰ ਜਦੋਂ ਹੁਣ ਕਿਸਾਨ ਅੰਦੋਲਨ ਚੱਲਿਆ, ਪਿਛਲੇ 16-17 ਦਿਨ ਹੋ ਗਏ ਦਿੱਲੀ ਕਿਸਾਨਾਂ ਨੂੰ ਬੈਠੇ ਹੋਏ ਨੇ, ਤਾਂ ਭਾਜਪਾ ਜਿਹੜੀ ਅੰਦਰੋਂ ਵੀ ਹਿੱਲੀ ਵੀ ਹੈ ਤੇ ਬਾਹਰੋਂ ਵੀ ਹਿੱਲੀ ਵੀ ਹੈ, ਤੇ ਨਾਲ ਨਵੇਂ-ਨਵੇਂ ਜਿਹੜੇ ਪੈਂਤੜੇ ਵੀ ਉਹ ਲੈ ਰਹੀ ਹੈ ਮੌਸਮ ਦੇ ਹਿਸਾਬ ਨਾਲ। ਤਾਂ ਅਸੀਂ ਦੇਖਿਆ ਕਿ ਜੇ ਆਪਾਂ ਅੰਦਰੂਨੀ ਗੱਲ ਸ਼ੁਰੂ ਕਰੀਏ ਆਤਿਸ਼, ਭਾਜਪਾ ਦੀ ਜਿਹੜੀ ਇਸ ਵੇਲੇ ਬਣੀ ਹੋਈ ਹੈ, ਸਾਡੇ ਦਰਸ਼ਕ ਵੀ ਜਾਣਦੇ ਹੋਣਗੇ ਕਿ ਸ਼ੁਰੂਆਤ ਜਿਹੜੀਆਂ ਮੀਟਿੰਗਾਂ ਹੋਈਆਂ, ਹੁਣ ਤਕਰੀਬਨ 6 ਮੀਟਿੰਗਾਂ ਸੈਂਟਰ ਗਵਰਨਮੈਂਟ ਹੈ ਜਿਹੜੀ ਕਿਸਾਨਾਂ ਨਾਲ ਕਰ ਚੁੱਕੀ ਹੈ। ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਪੰਜਾਬ ਦੇ ਵਿੱਚੋਂ ਆਪਣੇ ਸਾਬਕਾ ਮੰਤਰੀ ਜਿਹੜੇ ਜਿਆਨੀ ਸਾਹਿਬ ਹੈ ਉਹ ਦਿੱਲੀ ਗਏ ਸੀ, ਤਾਂ ਉਦੋਂ ਸਾਰੀ ਜਿਹੜੀ ਮੁਹਿੰਮ ਜਿਹੜੀ ਕਮਾਨ ਹੈ, ਜਿੱਥੇ ਉਹ ਨਰਿੰਦਰ ਤੋਮਰ, ਪਿਊਸ਼ ਗੋਇਲ ਨੇ ਸੰਭਾਲੀ ਸੀ, ਤੇ ਉਹਨਾਂ ਦੇ ਨਾਲ ਇੱਕ ਸਾਈਡ ਲਾਈਨ ਵਜੋਂ ਅੱਗੇ ਆਏ ਸੀ ਰਾਜਨਾਥ ਸਿੰਘ। ਉਹ ਪਿਕਚਰ ਦੇ ਵਿੱਚ ਕਾਫੀ ਰਹੇ, ਉਹਨਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਵੀ ਚੱਲਦਾ ਰਿਹਾ, ਤੇ ਉਹ ਖੁਦ ਵੀ ਆਪਣੇ ਆਪ ਨੂੰ ਕਿਸਾਨ ਹੈ ਜਿਹੜੇ ਪ੍ਰੋਜੈਕਟ ਕਰਦੇ ਨੇ, ਤੇ ਕਿਤੇ ਨਾ ਕਿਤੇ ਉਹ ਪਾਰਟੀ ਦੇ ਅੰਦਰ ਜਾਂ ਸਰਕਾਰ ਦੇ ਅੰਦਰ ਭਾਜਪਾ ਉਹਨਾਂ ਨੂੰ ਜਿਹੜੇ ਮੋਦੀ ਦੇ ਵਿਰੋਧੀ ਧੜੇ ਵਜੋਂ ਕੰਸੀਡਰ ਕਰਦੀ ਹੈ, ਉਹਨਾਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈਗਾ। ਤੇ ਜਦੋਂ ਕਾਫੀ ਵੱਧ ਗਏ ਸੀ ਕਿ ਉਹਨਾਂ ਦਾ ਲਾਈਮਲਾਈਟ 'ਚ ਵੀ ਆਉਣੇ ਸ਼ੁਰੂ ਹੋ ਗਏ ਸੀ, ਤਾਂ ਅਚਾਨਕ ਹੀ ਹੈਗੀ ਰਾਜਨਾਥ ਸਿੰਘ ਹੈ ਜਿਹੜੇ ਉਹ ਪਰਦੇ ਤੋਂ ਗਾਇਬ ਹੋ ਜਾਂਦੇ ਨੇ। ਤਾਂ ਇਸ ਗੱਲ ਨੂੰ ਲੈ ਕੇ ਵੀ ਕਾਫੀ ਭਾਜਪਾ ਦੇ ਅੰਦਰ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਸਾਈਡ ਲਾਈਨ ਤੇ ਕਿਤੇ ਨਾ ਕਿਸੇ ਰੂਪ ਦੇ ਵਿੱਚ ਕੀਤਾ ਗਿਆ ਹੋਏਗਾ, ਕਿਉਂਕਿ ਜਿਸ ਤਰ੍ਹਾਂ ਸਾਡੇ ਪ੍ਰਧਾਨ ਮੰਤਰੀ ਦੀ ਇੱਕ ਇਮੇਜ ਬਣੀ ਹੋਈ ਹੈ, ਪੋਲੀਟੀਕਲੀ ਬਣਾਈ ਗਈ ਹੈ ਕਿ ਮੋਦੀ ਹੀ ਭਾਰਤ ਹੈ ਨਾ, ਇਸ ਤਰ੍ਹਾਂ ਆਪਾਂ ਕਹਿ ਲਈਏ, ਤਾਂ ਉਹਦੇ ਅੱਗੇ ਉਹ ਰਾਜਨਾਥ ਨੂੰ ਡੈਲੀਬਰੇਟਲੀ ਸਾਈਡ ਲਾਈਨ ਕੀਤਾ ਹੋਏਗਾ। ਦੂਸਰਾ ਜਿਹੜਾ ਸਾਡੇ ਘੋਲ ਦਾ ਦਾਇਰਾ ਜਦੋਂ ਵਧਣਾ ਸ਼ੁਰੂ ਹੋਇਆ, ਜਿਸ ਤਰ੍ਹਾਂ ਪੰਜਾਬ ਤੇ ਹਰਿਆਣਾ ਤਾਂ ਪੂਰੇ ਹੀ ਕੰਪਲੀਟ ਇਸ ਘੋਲ ਦੇ ਵਿੱਚ ਕੁੱਦ ਪਏ ਨੇ, ਤੇ ਹੁਣ ਰਾਜਸਥਾਨ ਦੇ ਵਿੱਚ ਵੀ ਸ਼ੁਰੂਆਤ ਹੋ ਗਈ। ਜਿਸ ਤਰ੍ਹਾਂ ਅੱਜ ਉੱਥੋਂ ਇੱਕ ਵੱਡਾ ਮਾਰਚ ਹੈ ਜਿਹੜਾ ਕਿਸਾਨਾਂ ਦਾ ਟਰੈਕਟਰ ਮਾਰਚ ਹੈ, ਤੇ ਉਹ ਜੈਪੁਰ ਦਿੱਲੀ ਜਿਹੜਾ ਮਾਰਗ ਹੈਗਾ ਉਹਨਾਂ ਨੇ ਬੰਦ ਕਰਨਾ ਸੀ, ਉੱਥੋਂ ਦਿੱਲੀ ਪਹੁੰਚਣਾ ਸੀਗਾ, ਤੇ ਪਤਾ ਲੱਗਿਆ ਕਿ ਪੁਲਿਸ ਨੇ ਕੁਝ ਥਾਵਾਂ ਤੇ ਜਿਹੜੀ ਕਾਫੀ ਫੋਰਸ ਹੈ ਉਹ ਲਾਈ ਹੋਈ ਹੈਗੀ ਹੈ। ਤਾਂ ਇਹ ਦਾਇਰਾ ਵਾਧਾ ਦੇਖ ਕੇ ਜਿਹੜੀਆਂ ਉੱਥੋਂ ਦੀਆਂ, ਇਸ ਤਰ੍ਹਾਂ ਯੂਪੀ ਹੈ ਸਾਡੇ ਕੋਲ, ਉਹ ਗਾਜੀਪੁਰ ਬਾਰਡਰ ਤੇ ਬੈਠੇ ਆ, ਜਿਹੜਾ ਟਕੈਤ ਦਾ ਮੁੰਡਾ ਰਕੇਸ਼ ਟਕੈਤ, ਉਹਨਾਂ ਦੀ ਅਗਵਾਈ ਕਰ ਰਿਹਾ ਹੈਗਾ। ਵੈਸੇ ਸਾਰੀਆਂ ਤਰ੍ਹਾਂ ਹੀ ਅਗਵਾਈ ਕਰ ਰਹੀਆਂ ਨੇ ਸਮੁੱਚੇ ਰੂਪ ਦੇ ਵਿੱਚ 40 ਦੇ ਕਰੀਬ ਆਲ ਇੰਡੀਆ ਲੈਵਲ ਤੇ। ਤਾਂ ਉਹਦੇ ਵਿੱਚ ਜਿਹੜੀਆਂ ਉੱਥੇ ਭਾਜਪਾ ਦੀ ਲੋਕਲ ਲੀਡਰਸ਼ਿਪ ਹੈ, ਕਿਉਂਕਿ ਜਿਹੜੇ ਲੋਕਲ ਲੀਡਰ ਹੁੰਦੇ ਆ ਉਹਨਾਂ ਨੂੰ ਕਾਫੀ ਇੰਟਰਸਟ ਹੈ ਜਿਹੜਾ ਆਪਦਾ ਇੰਡੀਵਿਜੂਅਲ ਹੁੰਦਾ ਹੈਗਾ, ਤਾਂ ਉਹਨਾਂ ਨੂੰ ਜਿਵੇਂ ਪੰਜਾਬ ਦੇ ਵਿੱਚ ਲੱਗਦਾ ਕਿ ਇੱਥੇ ਸਾਡੀ ਲੀਡਰਸ਼ਿਪ ਹੈ ਜਿਹੜੀ ਭਾਜਪਾ ਦੀ ਲੋਕਲ, ਕਿ ਉਹਨੂੰ ਵਿਚਰਨਾ ਔਖਾ ਹੋ ਜਾਣਾ ਹੈ। ਜੇ ਇਹੀ ਰੂਪ ਰਿਹਾ ਤਾਂ ਆਪਣੇ ਤੁਹਾਡੇ ਗੁਆਂਢੀ ਸੂਬਾ ਹਰਿਆਣਾ ਹੈ, ਉੱਥੇ ਵੀ ਪ੍ਰੋਬਲਮ ਕ੍ਰੀਏਟ ਹੋਣੀ ਹੈਗੀ ਹੈ, ਤੇ ਰਾਜਸਥਾਨ 'ਚ ਵੀ ਸ਼ੁਰੂ ਹੋ ਜਾਣੀ ਹੈਗੀ ਹੈ, ਤੇ ਨਾਲ ਇੱਧਰ ਯੂਪੀ 'ਚ ਹੋ ਜਾਣੀ ਹੈ। ਤਾਂ ਅੰਦਰੋਂ ਅੰਦਰ ਹੀ ਇੱਕ ਪ੍ਰੈਸ਼ਰ ਜਿਹੜਾ ਇਹ ਵੀ ਭਾਜਪਾ ਦੇ ਵਿੱਚ ਬਣ ਰਿਹਾ ਹੈਗਾ, ਲੀਡਰਸ਼ਿਪ ਦਾ ਵੀ ਬਣ ਰਿਹਾ ਹੈਗਾ। ਇੱਕ ਹੀ ਰਾਜਨਾਥ ਸਿੰਘ ਵਾਲਾ ਵਾਕਿਆ ਜਿਹੜਾ ਪਿਛਲੇ ਦਿਨਾਂ 'ਚ ਹੋਇਆ, ਇੱਕ ਵੱਡਾ ਮਸਲਾ ਇਹ ਹੁਣ ਸਾਡੇ ਸਾਹਮਣੇ ਆਉਣ ਲੱਗਾ ਕਿ ਤਕਰੀਬਨ ਸੈਂਟਰ ਗਵਰਨਮੈਂਟ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਗੱਲ ਲਈ ਤਾਂ ਸਹਿਮਤ ਹੈ ਕਿ ਅਸੀਂ ਅਮੈਂਡਮੈਂਟਸ ਕਰ ਦਿੰਦੇ ਹਾਂ, ਤੇ ਮੈਂਟਲੀ ਉਹ ਇਹ ਵੀ ਪ੍ਰਿਪੇਅਰ ਹੈ ਕਿ ਜਿੰਨੀਆਂ ਮਰਜ਼ੀ ਤੁਸੀਂ
ਹੁਣ ਇਹਨਾਂ ਨੇ 7 ਨੁਕਤੇ ਸਾਡੇ ਕੋਲ ਲਿਆਂਦੇ ਨੇ ਕਿ ਪ੍ਰਪੋਜ਼ਲ ਜਿਹੜੀ ਆਈ ਸੀ ਕਿਸਾਨਾਂ ਕੋਲ ਕਿ ਅਸੀਂ ਇਹਨਾਂ ਨੂੰ ਅਮੈਂਡ ਕਰ ਦਿੰਨੇ ਆ, ਪਰ ਹੁਣ ਉਹ ਜਿਸ ਤਰ੍ਹਾਂ ਇੱਕ ਅੰਦਰੋਂ ਤਿਆਰ ਹੈਗੇ ਜਿਹੜੀਆਂ ਅੰਦਰਲੀਆਂ ਖਬਰਾਂ ਨੇ ਕਿ ਉਹ ਚਾਹੁੰਦੇ ਨੇ ਕਿ ਜਲਦ ਸਾਡੀ ਰਹਿ ਜੇ, ਅੰਦਰੋਂ ਤੁਸੀਂ ਸਾਰੇ ਜਿਹੜੇ ਵਰਕੇ ਹੈ ਉਹ ਚੇਂਜ ਕਰ ਲਓ, ਕਿਉਂਕਿ ਕਿਸਾਨ ਕਹਿੰਦੇ ਕਿ ਸਾਡੇ ਵਕਾਰ ਦਾ ਸਵਾਲ ਹੈ, ਹੁਣ ਇਹ ਕਿਸਾਨੀ ਦੀ ਵੱਡਾ ਮਸਲਾ ਬਣ ਗਿਆ ਹੈਗਾ। ਇਹ ਕਹਿੰਦੇ ਕਿ ਅਸੀਂ ਕੰਪਲੀਟ ਵਾਪਸ ਲੈਣੇ ਹੈਗੇ ਨੇ ਬਿੱਲ, ਯੈਸ ਔਰ ਨੋ ਵਾਲੀ ਸਥਿਤੀ ਵੀ ਤਾਂਹੀਓ ਬਣੀ ਸੀਗੀ। ਤੇ ਦੂਸਰੀ ਤਰਫ ਉਹ ਕਹਿੰਦੇ ਨੇ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਸ ਤਰ੍ਹਾਂ ਦਾ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਉਹਨਾਂ ਬਣਾਇਆ ਕਿ ਅਸੀਂ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਹੈ, ਤੇ ਉਹਨਾਂ ਦੀ ਇਮੇਜ ਦਾ ਮਸਲਾ ਹੈਗਾ। ਇਹਨਾਂ ਨੂੰ ਲੱਗਦਾ ਕਿ ਸਾਨੂੰ ਇੱਕ ਬਹੁਤ ਵੱਡਾ ਜਿਹੜਾ ਇੱਕ ਸੈਟਬੈਕ ਲੱਗੇਗਾ ਜੇ ਅਗਰ ਇਸ ਨੂੰ ਅਸੀਂ ਵਾਪਸ ਲੈਂਦੇ ਹਾਂ। ਤਾਂ ਇਹਦੇ ਕਰਕੇ ਹੀ ਹੁਣ ਭਾਜਪਾ ਨੇ ਜਿਹੜੇ ਨਵੇਂ ਪੈਂਤੜੇ ਲੈਣੇ ਸ਼ੁਰੂ ਕੀਤੇ ਨੇ, ਤੇ ਇਹ ਵੀ ਪਹਿਲੀ ਵਾਰ ਹੀ ਹੋ ਰਿਹਾ ਹੈ ਕਿ ਭਾਜਪਾ ਨੂੰ ਹਰ ਪੈਂਤੜਾ ਜਿਹੜਾ ਉਹ ਪੁੱਠਾ ਪੈ ਰਿਹਾ ਹੈ। ਕਿਸਾਨਾਂ ਕੋਲੇ ਭਾਜਪਾ ਦੀ ਹਰ ਚਾਲ ਦਾ ਇੱਕ ਤੋੜ ਹੈ, ਇੱਕ ਬਦਲ ਹੈ, ਉਸ ਨੂੰ ਨਾਲ ਦੀ ਨਾਲ ਜਿਹੜੇ ਕਿਸਾਨ ਆਗੂ ਖੁੰਡਾ ਕਰ ਰਹੇ ਨੇ, ਇਹ ਵੀ ਬਹੁਤ ਵੱਡੀ ਗੱਲ ਹੈ। ਤਾਂ ਭਾਜਪਾ ਇਸ ਫਰੰਟ ਤੇ ਵੀ ਹਾਰਦੀ ਨਜ਼ਰ ਆਈ ਹੈ, ਜਿਸ ਤਰ੍ਹਾਂ ਹੁਣ ਤਾਂ ਨੈਸ਼ਨਲ ਲੈਵਲ ਤੇ ਮਿਨੋਰਟੀਜ਼ ਨਾਲ ਹੋਇਆ ਹੈ, ਦਲਿਤਾਂ ਨਾਲ ਹੋਇਆ ਹੈ, ਜਾਂ ਕਰ ਰਹੀ ਹੈ, ਜਾਂ ਨਵੇਂ ਏਜੰਡੇ ਨੇ। ਤੁਹਾਨੂੰ ਲੱਗਦਾ ਕਿ ਸਾਡੇ ਮੂਹਰੇ ਕੋਈ ਖੰਘ ਨਹੀਂ ਸਕਦਾ। ਤੇ ਪੰਜਾਬੀਆਂ ਦਾ ਇਦਾਂ ਦਾ ਸੁਭਾਅ ਹੈ, ਤੁਹਾਨੂੰ ਪਤਾ ਹੈ ਕਿ ਇਹ ਲੈਂਦੀ ਸਵਾਦ ਇਸ ਗੱਲ ਦਾ ਹੈਗੇ ਨੇ ਕਿ ਮੇਰਾ ਇੱਕ ਆਪਣਾ ਪਰਸਨਲ ਵਿਊ ਹੈਗਾ ਕਿ ਜੇ ਖੱਟੜ ਗਵਰਨਮੈਂਟ ਬਾਰਡਰ ਤੇ ਆਪਣੀਆਂ ਐਡੀਆਂ ਰੋਕਾਂ ਨਾ ਖੜੀਆਂ ਕਰਦੀਆਂ, ਐਡੇ ਵੱਡੇ ਪੱਥਰ ਨਾ ਰੱਖਦੀ, ਤਾਰਾਂ ਨਾ ਬੰਨ੍ਹਦੀ, ਐਡੀ ਫੋਰਸ ਨਾ ਖੜੀ ਕਰਦੀ, ਤਾਂ ਸ਼ਾਇਦ ਪੰਜਾਬੀ ਨੂੰ ਉਹਨਾਂ ਤਾਉ ਨਹੀਂ ਸੀ ਆਉਣਾ, ਕਿਉਂਕਿ ਵੱਡੀਆਂ ਰੋਕਾਂ ਖੜੀਆਂ, ਔਕੜਾਂ ਖੜੀਆਂ ਕੀਤੀਆਂ। ਇਸ ਕਰਕੇ ਪੰਜਾਬੀਆਂ ਨੇ ਇੱਕ ਅੰਦਰੋਂ ਜਿਹੜਾ ਉਹਨਾਂ ਦਾ ਉਵਾਲ ਖਾਧਾ, ਉਹਨਾਂ ਨੂੰ ਆਪਣਾ ਵਿਰਸਾ ਯਾਦ ਆਇਆ, ਉਹਨਾਂ ਨੂੰ ਆਪਣੀ ਪੁਰਾਣੀ ਘੜੀ ਯਾਦ ਆਈ, ਤੇ ਇਸੇ ਕਰਕੇ ਰੋਕਾਂ ਤੋੜ ਕੇ ਉੱਥੇ ਗਏ ਨੇ। ਤੇ ਬਾਅਦ 'ਚ ਹੁਣ ਜਿਹੜੀ ਏਡੀ ਵੱਡੀ ਪੀਕ ਤੇ ਅੰਦੋਲਨ ਨੂੰ ਲੈ ਗਏ ਨੇ। ਤੇ ਭਾਜਪਾ ਨੇ ਸ਼ੁਰੂਆਤ ਦੌਰ ਦੇ ਵਿੱਚ, ਜਿਵੇਂ ਆਪਾਂ ਆਪਣੇ ਦਰਸ਼ਕਾਂ ਨਾਲ ਗੱਲ ਸਾਂਝੀ ਕਰਦੇ ਰਹੇ ਹਾਂ ਸਾਰੀਆਂ, ਜਦੋਂ ਸ਼ੁਰੂ ਤੋਂ ਅਪਡੇਟ ਦੇ ਰਹੇ ਹਾਂ, ਤੇ ਹੁਣ ਇੱਕ ਨਵਾਂ ਉਹਨਾਂ ਨੇ ਮੁੱਦਾ ਜਿਹਦੇ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਸੀ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਤੁਸੀਂ ਜੇਲ੍ਹਾਂ 'ਚ ਬੰਦ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਤੇ ਲੈ ਕੇ ਇਹ ਦੇਸ਼ ਧਰੋਹੀ ਬੰਦੇ ਨੇ ਸਾਰੇ, ਤੇ ਇਹਨਾਂ ਦੀ ਸਪੋਰਟ 'ਚ ਤਸਵੀਰਾਂ ਲੈ ਕੇ ਜਿਹੜੇ ਉੱਥੇ ਇਹ ਕਿਸਾਨ ਹੈ ਜਿਹੜੇ ਉਹ ਬੈਠੇ ਨੇ। ਤੇ ਇਹ ਸਾਡੇ ਪਿਊਸ਼ ਗੋਇਲ ਜੀ ਦਾ ਬਿਆਨ ਵੀ ਆਇਆ ਅੱਜ ਅਖਬਾਰਾਂ ਦੇ ਵਿੱਚ ਕਿ ਜੀ ਇਹ ਸਾਰੇ ਜਿਹੜੇ ਹੈਗੇ ਨੇ ਇਹ ਮਾਓਇਸਟ ਨੇ ਜਾਂ ਲੈਫਟ ਵਾਲੇ ਨੇ, ਜਿਹੜਾ ਕਿਸਾਨ ਅੰਦੋਲਨ ਹੈ ਇਹ ਕਿਸਾਨਾਂ ਦਾ ਅੰਦੋਲਨ ਹੀ ਨਹੀਂ ਰਿਹਾ। ਇਸ ਕਿਸਮ ਦੀ ਬਿਆਨਬਾਜ਼ੀ ਜਿਹੜੀ ਸ਼ੁਰੂ ਹੋ ਗਈ ਹੈ। ਦਿੱਲੀ ਦੰਗਿਆਂ ਦੇ ਵਿੱਚ ਇੱਕ ਲੇਡੀ ਸੀ ਭਾਜਪਾ ਦੀ ਕੋਈ ਸਪੋਰਟ ਵਾਲੀ, ਉਸਨੇ ਉਦੋਂ ਕਿਹਾ ਸੀ ਕਿ ਰਸਤੇ ਖਾਲੀ ਕਰਾਓ, ਤਾਂ ਉਹਦੀ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ। ਉਹ ਵੀ ਸੈਂਟਰ ਗਵਰਨਮੈਂਟ ਨੂੰ ਕਹਿ ਰਹੀ ਹੈ ਕਿ ਜੀ ਤੁਹਾਨੂੰ 17 ਤੱਕ ਦਾ ਡੈਡਲਾਈਨ ਦਿੱਤਾ ਕਿ ਤੁਸੀਂ ਰਸਤੇ ਖਿਲਾਓ ਜਾਂ ਫਿਰ ਅਸੀਂ ਖਿਲਾਵਾਂਗੇ। ਤਾਂ ਇਸ ਤੋਂ ਲੱਗਦਾ ਹੈਗਾ ਕਿ ਭਾਜਪਾ ਨੇ ਹੁਣ ਇੱਕ ਨਵੀਂ ਵਿਉਂਤਬੰਦੀ ਕੀਤੀ ਹੈਗੀ ਹੈ, ਨਾਲ ਪ੍ਰਾਈਮ ਮਿਨਿਸਟਰ ਵੀ ਲੱਗੇ ਹੋਏ ਨੇ ਬਿਆਨਬਾਜ਼ੀ ਤੇ। ਉਹਨਾਂ ਨੇ ਆਪਣੇ ਜਿਹੜੇ ਪੋਲੀਟੀਕਲ ਲੀਡਰ ਹੈ ਉਹਨਾਂ ਨੂੰ ਵੀ ਸਟੇਟਾਂ ਦੇ ਵਿੱਚ ਤੋਰਿਆ ਕਿ ਤੁਸੀਂ ਜਾ ਕੇ ਫੇਰ ਨਵੇਂ ਸਿਰੋਂ ਇੱਕ ਮੂਵਮੈਂਟ ਸ਼ੁਰੂ ਕਰੋ, ਜਿਸ ਤਰ੍ਹਾਂ ਸ਼ੁਰੂਆਤੀ ਦੌਰ ਦੇ ਵਿੱਚ ਭਾਜਪਾ ਹੁਣ ਸੈਕੰਡ ਟਾਈਮ ਹੈ ਜਾਂ ਦੂਸਰੇ ਪੜਾਅ ਦੀ ਜਿਹੜੀ ਇੱਕ ਹੱਲਾ ਹੈ ਦੂਸਰੇ ਪੜਾਅ ਦਾ, ਉਹਨੂੰ ਭਾਜਪਾ ਨੇ ਸ਼ੁਰੂ ਕੀਤਾ ਹੋਇਆ ਹੈ। ਤੇ ਪ੍ਰਧਾਨ ਮੰਤਰੀ ਹੁਣ ਤੱਕ ਪਿਛਲੇ 16 ਦਿਨਾਂ ਦਾ ਜਦੋਂ ਦਾ ਅੰਦੋਲਨ ਚੱਲ ਰਿਹਾ ਦਿੱਲੀ ਦੇ ਵਿੱਚ, ਤਕਰੀਬਨ 8-9 ਵਾਰੀ ਉਹ ਆਪਣਾ ਜਿਹੜਾ ਲੈਕਚਰ ਇਸੇ ਮੁੱਦੇ ਤੇ ਕੇਂਦਰਿਤ ਕਰ ਚੁੱਕੇ ਨੇ, ਪਰ ਖੁੱਲ੍ਹ ਕੇ ਅਜੇ ਵੀ ਨਹੀਂ ਆ ਰਹੇ। ਉਹਨਾਂ ਨੇ ਹੁਣ ਲਾਸਟ ਜਦੋਂ ਕਿਹਾ ਸੀਗਾ ਫਿੱਕੀ ਦੇ ਸਮਾਗਮ ਦੇ ਵਿੱਚ, ਤਾਂ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਟਵੀਟ ਕੀਤਾ ਸੀਗਾ ਕਿ ਤੁਸੀਂ ਜਿਹੜੇ ਤੋਮਰ ਦਾ ਗੋਇਲ ਦਾ ਜਿਹੜੇ ਸੁਜੈਸ਼ਨ ਹੈ ਜਾਂ ਪ੍ਰਪੋਜ਼ਲ ਹੈ ਇਹਨਾਂ ਤੇ ਗੌਰ ਕੀਤੀ ਜਾਵੇ। ਤਾਂ ਉਹਨਾਂ ਦਾ ਗੌਰ ਕਰਨਾ ਕਹਿਣਾ ਵੀ ਆਪਣੇ ਆਪ 'ਚ ਇੱਕ ਵੱਡੀ ਗੱਲ ਸੀ। ਉਹ ਵੀ ਕਿਸੇ ਹੋਰ ਟੋਨ ਦੇ ਵਿੱਚ ਕਹਿ ਰਹੇ ਸੀਗੇ, ਜਾਂ ਕਿਸਾਨਾਂ ਤੇ ਪਰਚੇ ਦਰਜ ਕਰਨੇ। ਤਾਂ ਜਿਹੜੀ ਸੈਂਟਰ ਗਵਰਨਮੈਂਟ ਪਿੱਛੇ ਨਹੀਂ ਹਟੀ। ਉਹਨਾਂ ਦੀ ਸਪੋਰਟ ਦੇ ਵਿੱਚ ਜਿਵੇਂ ਇੱਕ ਲਕਬ ਦਿੱਤਾ ਜਾਂਦਾ ਕਿ ਗੋਦੀ ਮੀਡੀਆ ਵਾਲਾ, ਜਿਸ ਦਿਨ ਉੱਥੇ ਹਿਊਮਨ ਰਾਈਟਸ ਡੇ ਵਾਲਾ ਜਿਹੜਾ ਸਮਾਗਮ ਸੀ, ਉਹ ਤਸਵੀਰਾਂ ਸੀ ਜਿਹੜੀ ਜੇਲ੍ਹਾਂ 'ਚ ਬੰਦ ਹੈ ਲੈ ਕੇ ਆਏ ਸੀ, ਸਾਰਾ ਮੀਡੀਆ ਉੱਥੇ ਪਹੁੰਚਿਆ ਹੋਇਆ ਸੀ ਨੈਸ਼ਨਲ। ਜੀ ਬਿਲਕੁਲ। ਤੇ ਹੁਣ 16 ਤਰੀਕ ਨੂੰ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਵਿਡੋਜ਼ ਨੇ, ਜਿਹੜੇ ਖੇਤਾਂ ਦੇ ਸ਼ਹੀਦ ਨੇ, ਖੇਤੀ ਕਰਦੇ ਵਿਚਾਰੇ ਸ਼ਹਾਦਤ ਦੇ ਗਈ ਜਾਂ ਖੁਦਕਸ਼ੀਆਂ ਕਰ ਗਏ, ਤੇ ਉਹਨਾਂ ਦੀ ਜਿਹੜੀਆਂ ਵਿਡੋਜ਼ ਹੈ ਉਹ ਲੈ ਕੇ ਤਾਂ ਬਸੰਤੀ ਚੁੰਨੀਆਂ ਜਾਣਗੀਆਂ, ਪਰ ਉਹ ਨਾਲ ਤਸਵੀਰਾਂ ਲੈ ਕੇ ਜਾਣਗੀਆਂ। ਉਹ ਦਿੱਲੀ ਦੀ ਸਰਹੱਦ ਤੇ ਬਿਠਾ ਕੇ 16 ਤਰੀਕ ਨੂੰ ਦਿਖਾਉਣਗੀਆਂ ਕਿ ਆਹ ਤਸਵੀਰਾਂ ਨੇ। ਤਾਂ ਹੁਣ ਦੇਖਣਾ ਇਹ ਬਣਦਾ ਕਿ ਜਿਹੜਾ ਗੋਦੀ ਮੀਡੀਆ ਪਿਛਲੀ 10 ਤਰੀਕ ਨੂੰ ਉੱਥੇ ਗਿਆ ਸੀਗਾ ਵੱਡੀ ਪੱਧਰ ਤੇ, ਕਿ ਜਦੋਂ ਇਹ ਤਸਵੀਰਾਂ ਲੈ ਕੇ ਆਉਣਗੇ ਆਪਣੇ ਪਤੀਆਂ ਦੀਆਂ, ਕੋਈ ਮਾਂ ਆਪਦੇ ਪੁੱਤ ਦੀ ਲੈ ਕੇ ਆਊ, ਜਵਾਨ ਪੁੱਤ ਦੀ ਲੈ ਕੇ ਆਏਗੀ, ਤਾਂ ਦੇਖਣਾ ਹੋਏਗਾ ਕਿ ਨੈਸ਼ਨਲ ਮੀਡੀਆ ਉਸ ਨੂੰ ਕਵਰ ਕਰਦਾ ਹੈ ਜਾਂ ਨਹੀਂ ਕਰਦਾ ਹੈਗਾ। ਤਾਂ ਹਰ ਪੱਖ ਤੋਂ ਜਿਹੜੀ ਨੈਸ਼ਨਲ ਲੈਵਲ ਤੇ ਜਿਹੜੀ ਸਾਡੀ ਭਾਜਪਾ ਲੀਡਰਸ਼ਿਪ ਹੈ ਜਾਂ ਭਾਰਤ ਸਰਕਾਰ ਹੈ, ਉਹ ਇਸ ਸੰਘਰਸ਼ ਨੂੰ ਖੁੰਡਾ ਕਰਨ ਦੇ ਲਈ ਚੱਲਣ ਤੇ ਉਤਰੀ ਹੋਈ ਹੈਗੀ ਹੈ। ਤਾਂ ਇਹਦੇ ਨਾਲ ਹੀ ਹੁਣ ਇਹਨਾਂ ਨੇ ਇੱਕ ਤਰ੍ਹਾਂ ਦਾ ਇੱਕ ਡੈਡਲੌਕ ਵੀ ਬਣਿਆ ਹੋਇਆ ਕਿ ਕਿਸਾਨਾਂ ਦੀ ਔਰ ਜਾਂ ਸੈਂਟਰਲ ਲੀਡਰਸ਼ਿਪ ਦੀ ਜਿਹੜੀ ਗੱਲਬਾਤ ਹੈ ਉਹ ਵੀ ਇੱਕ ਤਰ੍ਹਾਂ ਦੀ ਖੜੋਤ ਆਈ ਵੀ ਹੈ। ਤਾਂ ਕਿਸਾਨਾਂ ਨੇ ਇਹ ਗੱਲ ਹੁਣ ਕਹਿ ਦਿੱਤੀ ਹੈਗੀ ਹੈ ਕਿ ਤੁਸੀਂ ਜੇ ਹੁਣ ਆਉਣਾ ਹੈਗਾ, ਨਵੀਂ ਗੱਲਬਾਤ ਤੋਰਨੀ ਹੈਗੀ ਹੈ, ਤਾਂ ਜਿਹੜੇ ਤਿੰਨੇ ਕਾਨੂੰਨ ਰੱਦ ਕਰਨ ਵਾਲੀ ਗੱਲ ਉਹ ਤਾਂ ਅਸੀਂ ਆਲਰੇਡੀ ਪ੍ਰਪੋਜ਼ਲ ਕੰਸੀਡਰ ਕਰ ਲਈ ਹੈ। ਹੁਣ ਜੇ ਤੁਸੀਂ ਗੱਲਬਾਤ ਤੋਰੋਗੇ
ਜਾਂ ਲੈ ਕੇ ਆਓਗੇ ਤਾਂ ਉਹਦੇ ਲਈ ਇੱਕ ਨਵਾਂ ਏਜੰਡਾ ਹੋਣਾ ਚਾਹੀਦਾ ਹੈ, ਨਵੀਂ ਪ੍ਰਪੋਜ਼ਲ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਕੰਸੀਡਰ ਕਰਾਂਗੇ। ਤੇ ਮੈਨੂੰ ਉਮੀਦ ਹੈ ਜਾਂ ਮੇਰੇ ਸੋਰਸਸ ਨੇ ਇਹ ਗੱਲ ਦੱਸੀ ਹੈ ਕਿ 14 ਤਰੀਕ ਤੱਕ ਤਾਂ ਇਹਨਾਂ ਦੇ ਪ੍ਰੋਗਰਾਮ ਹੈ ਕਿਸਾਨਾਂ ਦੇ। ਕੱਲ੍ਹ ਨੂੰ ਜਿਸ ਤਰ੍ਹਾਂ ਸਾਰੇ ਇੰਡੀਆ ਦੇ ਵਿੱਚ ਜਿਹੜੇ DC ਦਫ਼ਤਰਾਂ ਦੇ ਘਰਾਓ ਕੀਤੇ ਜਾਣੇ ਨੇ, ਤਾਂ ਇਹਨਾਂ ਨੇ ਕਿਹਾ ਕਿ 14 ਤਰੀਕ ਤੱਕ ਤਾਂ ਨਹੀਂ, ਤਾਂ ਹੋ ਸਕਦਾ ਕਿ 15 ਨੂੰ ਸੰਭਾਵਨਾ ਹੈਗੀ ਕਿ ਸੈਂਟਰ ਦੀ ਇੱਕ ਨਵੀਂ ਪ੍ਰਪੋਜ਼ਲ ਅਗਰ ਉਹ ਤੋਰਨਾ ਚਾਹੁੰਦੇ ਆ ਗੱਲਬਾਤ ਤਾਂ ਉਹ ਸਾਡੇ ਸਾਹਮਣੇ ਵੀ ਆਏਗੀ। ਤਾਂ ਇੱਕ ਵੱਡਾ ਹਾਸਲ ਹੈ ਜਿਹੜਾ ਇਸ ਕਿਸਾਨ ਅੰਦੋਲਨ ਦਾ ਇਹ ਵੀ ਹੈ ਕਿ ਪੂਰੇ ਦੇਸ਼ ਦੇ ਵਿੱਚ 165 ਦੇ ਕਰੀਬ ਜਿਹੜੇ ਟੋਲ ਪਲਾਜ਼ਾ ਹੈ ਉਹ ਕਿਸਾਨਾਂ ਨੇ ਜਿਹੜੇ ਹੈਗੇ ਟੋਲ ਤੋਂ ਫ੍ਰੀ ਕਰਾਤੇ। ਇਹ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਜਿਵੇਂ ਹੁਣ ਰਾਜਸਥਾਨ ਦਾ ਕਿਸਾਨ ਵੀ ਚੱਲ ਪਿਆ ਹੈਗਾ, ਕਿਉਂਕਿ ਰਾਜਸਥਾਨ ਦੇ ਵਿੱਚ ਪੰਚਾਇਤੀ ਚੋਣਾਂ ਚੱਲ ਰਹੀਆਂ ਸੀ ਪਹਿਲਾਂ, ਚਾਹੇ ਹਨੂੰਮਾਨਗੜ੍ਹ ਤੇ ਗੰਗਾਨਗਰ ਜ਼ਿਲ੍ਹੇ ਦਾ ਜਿਹੜਾ ਕਿਸਾਨ ਹੈ ਇੱਧਰਲੀ ਬੈਲਟ ਦਾ, ਉਹ ਤਾਂ ਪਹਿਲਾਂ ਹੀ ਅੰਦੋਲਨ 'ਚ ਕਿਸੇ ਨਾ ਕਿਸੇ ਰੂਪ 'ਚ ਆਇਆ ਸੀ, ਪਰ ਮਾਸ ਲੈਵਲ ਤੇ ਜਿਹੜੀ ਟਰੈਕਟਰ ਮਾਰਚ ਦੇ ਥਰੂ ਉਹ ਪਹੁੰਚ ਰਹੇ ਨੇ। ਪੰਜਾਬ ਦੇ ਵਿੱਚੋਂ ਵੀ ਅੱਜ ਜਿਹੜੇ ਕਾਫੀ ਜਥੇ ਹੈ ਉਹ ਗਏ ਨੇ, ਪਰਸੋਂ ਵੀ ਗਏ ਨੇ। ਕਿਸਾਨ ਸੰਘਰਸ਼ ਕਮੇਟੀ ਵਾਲੇ ਮਾਝੇ ਦੇ ਵਿੱਚੋਂ ਮਝੈਲ ਹੈ ਜਿਹੜੇ ਉਹ ਵੱਡੀ ਪੱਧਰ ਤੇ ਗਏ ਨੇ। ਡੇ ਬਾਈ ਡੇ ਜਿਹੜਾ ਹੈਗਾ ਕਿਸਾਨਾਂ ਦਾ ਇਕੱਠ ਹੈ ਜਿਹੜਾ ਉੱਥੇ ਵੱਧ ਰਿਹਾ ਹੈਗਾ, ਕਿਉਂਕਿ ਕਿਸਾਨਾਂ ਨੇ ਇੱਕ ਬੜਾ ਵਧੀਆ ਜਿਹੜੀ ਗੱਲ ਹੋ ਰਹੀ ਹੈ ਕਿ ਜਦੋਂ ਪਗੜੀ ਸੰਭਾਲ ਜੱਟਾ ਮੂਵਮੈਂਟ ਚੱਲੀ ਸੀ, ਉਸ ਤੋਂ ਬਾਅਦ ਖਾਸ ਕਰਕੇ ਜਦੋਂ ਆਜ਼ਾਦੀ ਤੋਂ ਬਾਅਦ ਦੀ ਜਿਹੜੀ ਮੂਵਮੈਂਟ ਹੈ, ਤਾਂ ਉਹਨਾਂ 'ਚ ਜਿਹੜੀ ਕਿਸਾਨਾਂ ਦੀਆਂ ਲਹਿਰਾਂ ਚੱਲੀਆਂ ਸੀਗੀਆਂ, ਠੀਕ ਹੈ ਉਹ ਤਕੜੀਆਂ ਬੜੀਆਂ, ਜਿਸ ਤਰ੍ਹਾਂ ਮਹਿੰਦਰ ਸਿੰਘ ਡਕੈਤ ਵਾਲੀ ਜਿਹੜੀ 1988 ਦੇ ਕਰੀਬ ਚੱਲੀ ਸੀ, ਮੇਰਠ ਤੋਂ ਚੱਲਿਆ ਸੀ ਮਾਰਚ ਤੇ ਦਿੱਲੀ ਆਇਆ ਸੀਗਾ, ਤੇ ਉਸ ਨੂੰ ਬਹੁਤ ਵੱਡਾ ਇਕੱਠ ਕਿਸਾਨ ਇਕੱਠ ਕਿਹਾ ਜਾਂਦਾ ਹੈਗਾ। ਤੇ ਪਰ ਹੁਣ ਇਹ 'ਚ ਇੱਕ ਨਾ ਕੁਆਲੀਟੇਟਿਵ ਚੇਂਜ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਇਕੱਠ ਦੇ ਵਿੱਚ, ਕਿ ਇਹ ਜਿਹੜਾ ਇਕੱਠ ਹੈ ਇੱਕ ਤਰ੍ਹਾਂ ਦਾ ਇਹ ਮੈਚੁਰ ਅੰਦੋਲਨ ਹੈਗਾ। ਇਹ ਪਹਿਲੀ ਵਾਰ ਹੈਗਾ ਕਿ ਸੈਂਟਰ ਗਵਰਨਮੈਂਟ ਕੋਈ ਵੀ ਪੈਂਤੜਾ ਲੈਂਦੀ ਹੈ, ਸਾਡੇ ਜਿਹੜੇ ਫਾਰਮਰ ਨੇ, ਸਾਡੀਆਂ ਜਿਹੜੀਆਂ ਕਿਸਾਨ ਧਿਰਾਂ ਨੇ, ਉਹ ਬੜੀ ਪੀਸਫੁਲੀ ਡਿਸਿਪਲਿਨ 'ਚ ਰਹਿ ਕੇ ਉਹਨਾਂ ਦਾ ਜਿਹੜਾ ਜਵਾਬ ਹੈ ਦਿੱਤਾ ਜਾ ਰਿਹਾ ਹੈ। ਜਿਸ ਕਿਸਮ ਦਾ ਸ਼ਹੀਦ ਆਜ਼ਮ ਭਗਤ ਸਿੰਘ ਚਾਹੁੰਦਾ ਸੀਗਾ ਕਿ ਮੇਰੇ ਸੁਪਨਿਆਂ ਦਾ ਭਾਰਤ ਹੋਵੇ, ਤਾਂ ਇਹ ਇੱਕ ਕਿਸਾਨੀ ਨੇ ਇਹ ਜਿਹੜਾ ਮੋਰਚਾ ਸੰਭਾਲਿਆ ਹੋਇਆ ਹੈਗਾ। ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਇਹ ਡਿਸਿਪਲਿਨ ਹੈ ਜਿਹੜਾ ਉਹ ਵੀ ਬਰਕਰਾਰ ਰਹੇਗਾ, ਜਾਬਤਾ ਬਰਕਰਾਰ ਰਹੇਗਾ। ਤੇ ਸੈਂਟਰ ਲੱਗਦਾ ਕਿ 15 ਤਰੀਕ ਨੂੰ ਕੋਈ ਪੈਂਤੜਾ ਇਸ ਬਾਰੇ ਕੋਈ ਮੀਟਿੰਗ ਦੀ ਕਾਲ ਜਾਂ ਪ੍ਰਪੋਜ਼ਲ ਕਿਸਾਨਾਂ ਨੂੰ ਦੇਵੇ। ਉਸ ਤੋਂ ਬਾਅਦ ਫਿਰ ਆਪਾਂ ਦੇਖਾਂਗੇ ਕਿ ਅੱਗੇ ਜਿਹੜੀ ਕਿਸਾਨ ਧਿਰਾਂ ਉਸ ਨੂੰ ਕਿਸ ਤਰ੍ਹਾਂ ਡਿਸਕਸ ਕਰਦੀਆਂ ਨੇ ਤੇ ਕੀ ਪੈਂਤੜਾ ਲੈਂਦੀਆਂ ਨੇ। ਚਰਨਜੀਤ ਜੀ, ਜਿਵੇਂ ਹੁਣ ਤੁਸੀਂ ਦੱਸਿਆ ਹੀ ਹੈ ਵੀ ਕਿ ਪਹਿਲਾਂ ਵੀ ਜਿਹੜੀ ਹੈਗੀਆਂ ਦੇਸ਼ ਦੇ ਵਿੱਚ ਕਈ ਸੰਘਰਸ਼ੀ ਮੂਵਮੈਂਟਾਂ ਚੱਲਦੀਆਂ ਰਹੀਆਂ ਨੇ, ਜੋ ਕਿ ਚਾਹੇ ਪਗੜੀ ਸੰਭਾਲ ਜੱਟਾ ਲਹਿਰ ਹੈ, ਚਾਹੇ ਹੋਰ ਹੈ, ਇਸ ਤਰ੍ਹਾਂ ਦੀ ਹੁੰਦੀਆਂ ਰਹੀਆਂ। ਪਰ ਕੇਂਦਰ ਵੱਲੋਂ ਜਿਹੜੇ ਹੁਣ ਖੇਤੀ ਕਾਨੂੰਨ ਲਿਆਂਦੇ ਗਏ ਨੇ, ਇਹਨਾਂ ਦੇ ਖਿਲਾਫ ਜਿਹੜਾ ਸੰਘਰਸ਼ ਸੀਗਾ ਪੰਜਾਬ ਦੇ ਪਿੰਡਾਂ ਤੋਂ ਸ਼ੁਰੂ ਹੋ ਕੇ ਦਿੱਲੀ ਦੇ ਬਰੂਹਾਂ ਤੱਕ ਪਹੁੰਚਿਆ, ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਸ਼ੁਰੂ ਕੀਤਾ। ਇਸ ਵਿੱਚ ਅੱਜ ਭਾਰਤ ਨਹੀਂ, ਪੂਰੇ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਲੋਕ ਜਿਹੜੇ ਹਿੱਸਾ ਲੈ ਰਹੇ ਨੇ। ਤੇ ਇਸ ਸੰਘਰਸ਼ ਦੇ ਬਾਰੇ ਜਿਹੜਾ ਹੈ ਇੰਟਰਨੈਸ਼ਨਲ ਲੈਵਲ ਤੇ ਪੰਜਾਬੀਆਂ ਵਿੱਚ ਮੁੜ ਚਰਚਾ ਦਾ ਇੱਕ ਵਿਸ਼ਾ ਬਣ ਗਿਆ ਹੈ। ਅਸੀਂ ਜਾਣਨਾ ਚਾਹਾਂਗੇ ਇਹਦਾ ਪੰਜਾਬ ਦੇ ਭਵਿੱਖ ਤੇ ਕੀ ਪ੍ਰਭਾਵ ਪਏਗਾ। ਇਸ ਦੇ ਰਿਜ਼ਲਟ ਬੜੇ ਆਲਾ ਦਰਜੇ ਦੇ ਆਣਗੇ ਅਗਰ ਪੰਜਾਬੀ ਜਿਸ ਤਰ੍ਹਾਂ ਉੱਥੇ ਹੱਠ ਕਰਕੇ ਜਾਂ ਕਿਸਾਨ ਜਾਂ ਸਮੁੱਚਾ ਲੋਕ ਬੈਠੇ ਨੇ, ਜੇ ਇਸ ਦੇ ਵਿੱਚ ਵੱਡੀ ਜਿੱਤ ਹੁੰਦੀ ਹੈਗੀ ਹੈ ਤਾਂ ਉਹਦੇ ਬੜੇ ਦੂਰਅੰਦੇਸ਼ੀ ਜਿਹੜੇ ਨਤੀਜੇ ਹੈ ਜਿਹੜੇ ਪੰਜਾਬ ਦੇ ਵਿੱਚ ਨਿਕਲਣਗੇ। ਕਿਉਂਕਿ ਪੰਜਾਬ ਦਾ ਇੱਕ ਤਰ੍ਹਾਂ ਇਹ ਕਿਸਾਨ ਅੰਦੋਲਨ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਇੱਕ ਨਵਾਂ ਦੀਵਾ ਜਿਹੜਾ ਉਹ ਜਗਾਏਗਾ। ਪੰਜਾਬ ਦੀ ਜਿਹੜੀ ਹਵਾ ਦਾ ਰੁੱਖ ਹੈ ਜਿਹੜਾ ਉਹ ਬਦਲੇਗਾ। ਪੰਜਾਬ ਤੇ ਲੱਗੇ ਹੋਏ ਦਾਗ ਹੈ ਜਿਹੜੇ ਕਈ ਤਰ੍ਹਾਂ ਦੇ ਉਹ ਧੋਤੇ ਜਾਣਗੇ। ਇੱਕ ਨਵਾਂ ਪੰਜਾਬ ਜਿਹੜਾ ਨਵੇਂ ਸਿਰੋਂ ਉਸਰੇਗਾ। ਜਿਸ ਤਰ੍ਹਾਂ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਾਹਿਬ ਨੇ ਅੱਜ ਸੰਪਾਦਕੀ 'ਚ ਲਿਖਿਆ ਹੈ, ਨਵੇਂ ਔਰ ਪੁਰਾਣੇ ਪੰਜਾਬ ਦੀ ਗੱਲ ਕੀਤੀ ਹੈ। ਸੁਰਜੀਤ ਪਾਤਰ ਹੋਰਾਂ ਨੇ ਇੱਕ ਬੜਾ ਵਧੀਆ ਆਰਟੀਕਲ ਲਿਖਿਆ ਇਸ ਐਂਗਲ ਤੋਂ, ਕਿਸਾਨੀ ਦੇ ਐਂਗਲ ਤੋਂ। ਪੰਜਾਬੀ ਟ੍ਰਿਬਿਊਨ ਸ਼ੁਰੂ ਤੋਂ ਹੀ ਕਿਸਾਨੀ ਦੇ ਮੁੱਦੇ ਤੇ ਇੱਕ ਡਟ ਕੇ ਸਟੈਂਡ ਲੈ ਕੇ ਖੜਾ ਕਿਸਾਨਾਂ ਦੇ ਨਾਲ, ਚਾਹੇ ਉਹ ਦਿੱਲੀ ਦਾ ਮੈਦਾਨ ਹੈ, ਚਾਹੇ ਉਹ ਪੰਜਾਬ ਦਾ ਮੈਦਾਨ ਹੈਗਾ। ਤਾਂ ਜਿਹੜੀ ਆਪਾਂ ਗੱਲ ਸ਼ੁਰੂ ਕਰੀਏ ਕਿ ਪੰਜਾਬ ਦੇ ਵਿੱਚ ਸਾਨੂੰ ਕੀ ਚੇਂਜਸ ਦੇਖਣ ਨੂੰ, ਜਿਸ ਤਰ੍ਹਾਂ ਉੱਥੇ ਮਾਹੌਲ ਬਣਿਆ ਹੋਇਆ ਹੁਣ ਇਸ ਵੇਲੇ ਪੰਜਾਬੀਆਂ ਦਾ, ਜਿਸ ਤਰ੍ਹਾਂ ਪੰਜਾਬੀਆਂ ਦੀ ਇੰਟਰਨੈਸ਼ਨਲ ਲੈਵਲ ਤੇ ਦਾਦ ਦਿੱਤੀ ਜਾ ਰਹੀ ਹੈ। ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਵਿਚਾਰੇ ਕੁਛ ਜਿਹੜੇ ਵਿਦੇਸ਼ਾਂ 'ਚ ਪੰਜਾਬੀ ਵੱਸਦੇ ਨੇ ਉਹ ਹਰ ਤਰ੍ਹਾਂ ਦੀ ਸਪੋਰਟ ਤਾਂ ਕਰ ਰਹੇ ਨੇ। ਉਹਨਾਂ ਦਾ ਬੜਾ ਦਿਲ ਕਰਦਾ ਹੈ ਕਿ ਅਸੀਂ ਇੱਥੇ ਆਈਏ, ਇਹਦੇ ਵਿੱਚ ਫਿਜ਼ੀਕਲੀ ਵੀ ਕੰਟਰੀਬਿਊਟ ਕਰੀਏ। ਮੈਨੂੰ ਕਿੰਨੇ ਲੋਕਾਂ ਦੇ ਇਸ ਤਰ੍ਹਾਂ ਦੇ ਫੋਨ ਆਉਂਦੇ ਜਿਹੜੇ ਕਹਿੰਦੇ ਨੇ ਕਿ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਨਹੀਂ ਕਿਸਾਨਾਂ ਦੇ ਨਾਲ, ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜਾ ਮੱਧ ਵਰਗ ਬੈਠਾ ਹੈਗਾ, ਉਹ ਹਰ ਬੰਦਾ ਹੁਣ ਇਹ ਸੋਚਣ ਲੱਗ ਗਿਆ ਸਾਈਕੋਲੋਜੀਕਲੀ ਕਿ ਸਾਡਾ ਇੱਕ ਤਰ੍ਹਾਂ ਅਖਲਾਕੀ ਫਰਜ਼ ਸਮਝਣ ਲੱਗ ਗਿਆ। ਉਹਨੂੰ ਲੱਗਦਾ ਕਿ ਜੇ ਦਿੱਲੀ ਨਾ ਗਏ ਤਾਂ ਅਸੀਂ ਆਪਣੀ ਇਸ ਉਮਰ ਦੇ ਵਿੱਚ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਇੱਕ ਅੰਦੋਲਨ ਦੇਖ ਰਹੇ ਹਾਂ, ਉਸ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ ਜਾਂ ਸਾਨੂੰ ਇਹ ਕਿਤੇ ਨਾ ਕਿਤੇ ਉਹ ਗਿਲਟੀ ਫੀਲ ਕਰਨਗੇ ਜੇ ਹਾਜ਼ਰੀ ਨਾ ਲਗਾਈ ਗਈ। ਤਾਂ ਪੰਜਾਬ ਦੇ ਵਿੱਚ ਮੈਨੂੰ ਸਭ ਤੋਂ ਪਹਿਲਾਂ ਤਾਂ ਇਹੀ ਲੱਗਦਾ ਕਿ ਇਸ ਅੰਦੋਲਨ ਦਾ ਇਹ ਰਿਜ਼ਲਟ ਹੋਏਗਾ
ਕਿ ਪੰਜਾਬੀਆਂ ਨੂੰ ਜਿਹੜਾ ਸਵੈਮਾਨ ਸੀਗਾ ਜਾਂ ਆਪਣੀ ਜਿਹੜੀ ਕਿਸਾਨਾਂ ਨੂੰ ਆਪਣੀ ਤਾਕਤ ਸੀਗਾ ਉਹਦਾ ਅਹਿਸਾਸ ਹੋਏਗਾ, ਕਿਉਂਕਿ ਸਾਡੀਆਂ ਪੋਲੀਟੀਕਲ ਲੀਡਰਾਂ ਨੇ ਪੰਜਾਬ ਨੂੰ ਬਿਲਕੁਲ ਖੋਖਲਾ ਕਰ ਦਿੱਤਾ ਸੀਗਾ। ਪੰਜਾਬੀਆਂ ਨੂੰ ਹਰ ਗੱਲ ਲੱਗਦੀ ਸੀ ਕਿ ਪੋਲੀਟਿਕਸ ਬਿਨਾਂ ਇਹ ਹੱਲ ਨਹੀਂ ਹੋ ਸਕਦੀ। ਉਹਨਾਂ ਨੂੰ ਲੱਗਦਾ ਸੀ ਕਿ ਹਰ ਬਲਾ ਦਾ ਜਿਹੜਾ ਹੱਲ ਹੈ ਉਹ ਰਾਜਨੀਤੀ ਹੈ ਜਾਂ ਸਿਆਸੀ ਲੋਕ ਹੈ। ਇੱਥੋਂ ਤੱਕ ਕਿ ਮੌਤ ਦਾ ਸਰਟੀਫਿਕੇਟ ਬਣਾਉਣਾ ਹੋਵੇ, ਚਾਹੇ ਜਨਮ ਦਾ ਸਰਟੀਫਿਕੇਟ ਬਣਾਉਣਾ ਹੋਵੇ, ਉਹ ਸਾਨੂੰ ਪੋਲੀਟੀਕਲ ਸ਼ਰਨ ਲੈਣੀ ਪੈਂਦੀ ਸੀ। ਸਾਨੂੰ ਸਰਪੰਚ ਕੋਲ ਜਾਣਾ ਪੈਂਦਾ ਸੀ, ਸਾਨੂੰ ਉਸ ਹਲਕੇ ਦਾ ਜਿਹੜਾ ਹਲਕਾ ਇੰਚਾਰਜ ਹੈ, ਮੰਤਰੀ ਹੈ ਜਾਂ ਵਿਧਾਇਕ ਹੈ, ਉਹਦੇ ਚਰਨੀ ਲੱਗਣਾ ਪੈਂਦਾ ਸੀ। ਇਹ ਪਹਿਲੀ ਵਾਰ ਕਿਸਾਨ ਨੂੰ ਆਪਣੀ ਤਾਕਤ ਦਾ ਅਹਿਸਾਸ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ, ਜਾਂ ਹੋ ਰਿਹਾ ਹੈਗਾ ਕਿ ਨਹੀਂ, ਅਸਲੀ ਤਾਕਤ ਹੈ ਉਹ ਲੋਕ ਹੁੰਦੇ ਨੇ, ਨਾ ਕਿ ਸਾਡੇ ਜਿਹੜੇ ਰਾਜਨੀਤੀਵਾਨ ਹੁੰਦੇ ਨੇ। ਤਾਂ ਇੱਕ ਤਾਂ ਇਹ ਗੱਲ ਵੱਡੀ ਮੈਨੂੰ ਲੱਗਦੀ ਹੈਗੀ ਕਿ ਲੋਕਾਂ ਦੀ ਜਿਹੜੀ ਸੋਚ ਹੈ ਜਾਂ ਲੋਕਾਂ ਦੇ ਸੋਚਣ ਦਾ ਇੱਕ ਨਜ਼ਰੀਆ ਹੈ ਜਾਂ ਉਹਨਾਂ ਦਾ ਜਿਹੜਾ ਦ੍ਰਿਸ਼ਟੀਕੋਣ ਹੈ, ਉਹ 'ਚ ਇੱਕ ਬਹੁਤ ਵੱਡਾ ਬਦਲਾਅ ਆਏਗਾ। ਕਿਉਂਕਿ ਹੁਣ ਤਾਂ ਕਹਿ ਜਾਂਦਾ ਸੀ ਕਿ ਲੀਡਰਾਂ ਨੇ ਲੋਕਾਂ ਨੂੰ ਭਿਖਾਰੀ ਬਣਾ ਦਿੱਤਾ ਹੈਗਾ। ਦੂਸਰਾ, ਸਾਡੀ ਜਿਹੜੀ ਪੋਲੀਟੀਕਲ ਲੋਕਾਂ ਤੇ ਨਿਰਭਰਤਾ ਹੈਗੀ ਸੀਗੀ, ਅਸੀਂ ਡਿਪੈਂਡ ਹੋ ਗਏ ਸੀ ਹਰ ਮਸਲੇ ਲਈ। ਉਹਨਾਂ ਨੇ ਮਾਹੌਲ ਹੀ ਇਦਾਂ ਦਾ ਸਿਰਜ ਦਿੱਤਾ ਸੀ ਪੰਜਾਬ ਦੀ ਧਰਤੀ ਤੇ ਸੀ ਕਿ ਹਰ ਕਿਸੇ ਨੂੰ ਲੱਗਦਾ ਸੀ ਕਿ ਅੱਛਾ ਜੇ ਤੂੰ ਸਾਡੇ ਤੋਂ ਪਾਸੇ ਜਾਏਗਾ ਤਾਂ ਤੇਰਾ ਕੋਈ ਜਿਹੜੇ ਰੂਟੀਨ ਦੇ ਕੰਮ ਹੈ ਉਹ ਵੀ ਨਹੀਂ ਹੋਣਗੇ। ਤਾਂ ਜਿਹੜੀ ਨਿਰਭਰਤਾ ਲੋਕਾਂ ਤੋਂ ਉਹ ਘਟੇਗੀ, ਉਹਨਾਂ ਦੀ ਇੱਕ ਆਪਸੀ ਸਾਂਝ ਬਣੇਗੀ, ਲੋਕਾਂ ਦਾ ਆਪਸੀ ਇੱਕ ਭਰਾਤਰੀ ਭਾਵ ਬਣੇਗਾ, ਆਪਸ ਦੇ ਵਿੱਚ ਜਿਹੜੀ ਮਸਲੇ ਜਿਹੜੇ ਝਗੜੇ ਆ ਉਹ ਘਟਣਗੇ। ਤਾਂ ਇੱਕ ਇਹ ਵੀ ਬਹੁਤ ਵੱਡਾ ਬਦਲਾਅ ਸਾਨੂੰ ਦੇਖਣ ਨੂੰ ਮਿਲੇਗਾ। ਇੱਕ ਜਿਹੜੀ ਮੈਨੂੰ ਲੱਗਦਾ ਕਿ ਇੱਕ ਨਵੀਂ ਜਿਹੜੀ ਯੂਥ ਹੈਗਾ ਉਹ 'ਚ ਕ੍ਰੀਏਟੀਵਿਟੀ ਦਾ ਦੌਰ ਹੈ ਜਿਹੜਾ ਉਹ ਚੱਲੇਗਾ। ਹੁਣ ਦੇਖੋ, ਅਸੀਂ ਦੇਖ ਰਹੇ ਹਾਂ ਕਿ ਮੋਰਚਾ ਚੱਲ ਰਿਹਾ, ਸੋਸ਼ਲ ਮੀਡੀਆ ਤੇ ਕਿੰਨਾ ਕੁਛ ਨਮਾ ਰਿਹਾ, ਨਵੀਂ ਇਨਕਲਾਬੀ ਕਵਿਤਾ ਆ ਰਹੀ ਹੈ, ਗੀਤਕਾਰਾਂ ਨੇ, ਗਾਇਕਾਂ ਨੇ ਆਪਣੇ ਜਿਹੜੇ ਬੋਲ ਹੈ ਉਹ ਤਿੱਖੇ ਕਰ ਲਏ ਨੇ, ਉਹਨਾਂ ਨੂੰ ਮੋੜਾ ਪਿਆ ਹੈਗਾ, ਸੋਚਣ ਦਾ ਨਜ਼ਰੀਆ ਬਦਲ ਗਿਆ। ਤਾਂ ਨਵਾਂ ਯੂਥ ਹੈ ਜਿਹੜਾ ਉਹ ਨਵੇਂ ਤਰੀਕੇ ਨਾਲ ਸੋਚਣ ਲੱਗਿਆ। ਉੱਥੇ ਕੱਲ ਤਰਕਸ਼ੀਲ ਸੁਸਾਇਟੀ ਵਾਲੇ ਪੰਜਾਬ ਤੋਂ ਗਏ ਨੇ, ਉਹਨਾਂ ਨੇ 6-7 ਲੱਖ ਰੁਪਏ ਦੀਆਂ ਕਿਤਾਬਾਂ ਵੰਡੀਆਂ ਨੇ। ਜਾਂ ਇੱਥੇ ਵੀ ਮੇਰੀ ਕਈ ਪਬਲਿਸ਼ਰਾਂ ਨਾਲ ਗੱਲ ਹੋਈ ਹੈ, ਉਹ ਕਹਿੰਦੇ ਕਿ ਲੋਕਾਂ ਦੇ ਵਿੱਚ ਹੌਲੀ ਹੌਲੀ ਜਿਹੜਾ ਪੜ੍ਹਨ ਦਾ ਰੁਝਾਨ ਹੈ ਉਹ ਬਣ ਰਿਹਾ ਹੈਗਾ। ਜਿਵੇਂ ਖੁਸ਼ਵੰਤ ਬਰਗਾੜੀ ਹੋਰਾਂ ਦਾ ਪੀਪਲਜ਼ ਫੋਰਮ ਹੈਗੀ ਆ, ਤੇ ਉਹਦੇ ਵਿੱਚ ਉਹ ਪੁਸਤਕ ਮੇਲੇ ਵੀ ਲਾਉਂਦੇ, ਬਹੁਤ ਸਾਰੇ ਕਾਫੀ ਐਕਟੀਵਿਟੀ ਕਰਦੇ ਹੈਗੇ ਨੇ। ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਜਦੋਂ ਵੀ ਲੋਕਾਂ ਦੇ ਵਿੱਚ ਇੱਕ ਸੋਸ਼ਲ ਕੰਸਰਨ ਪੈਦਾ ਹੁੰਦਾ ਹੈਗਾ, ਇੱਕ ਚੇਤਨਤਾ ਆਉਂਦੀ ਹੈ, ਤਾਂ ਆਟੋਮੈਟਿਕਲੀ ਉਸ ਤੋਂ ਨੈਕਸਟ ਜਿਹੜਾ ਸਟੈਪ ਹੁੰਦਾ ਕਿ ਲੋਕਾਂ ਨੂੰ ਇੱਕ ਜਾਗ ਲੱਗਦਾ ਹੈ ਪੜ੍ਹਨ ਦਾ। ਇੱਕ ਲੋਕਾਂ ਨੂੰ ਪਿਛਲੇ ਟਾਈਮ 'ਚ ਪੰਜਾਬੀਆਂ ਦੇ ਵਿੱਚ ਜਿਵੇਂ ਖੁਦਕਸ਼ੀਆਂ ਦਾ ਦੌਰ ਕਾਫੀ ਚੱਲਿਆ, ਖਾਸ ਕਰਕੇ ਕਿਸਾਨਾਂ ਮਜ਼ਦੂਰਾਂ ਦੇ ਵਿੱਚ, ਕਿ ਨਿਰਾਸ਼ਾ ਕਾਫੀ ਪੰਜਾਬ ਦੇ ਵਿੱਚ ਪਾਈ ਜਾਣ ਲੱਗੀ ਸੀ ਕਿ ਇੱਥੇ ਕੁਝ ਨਹੀਂ ਹੋ ਸਕਦਾ। ਉਹਦੇ ਨਾਲ ਇੱਕ ਹੁਣ ਹੋਪ ਬਣੇਗੀ ਬਹੁਤ ਵੱਡੀ ਕਿ ਤਬਦੀਲੀ ਹੋ ਜਾਏਗੀ, ਇੱਕ ਪੋਲੀਟੀਕਲ ਸਪੇਸ ਵੀ ਬਣੇਗੀ ਉਹਦੇ ਨਾਲ, ਕਿ ਕਈ ਬਦਲ ਵੀ ਨਵੇਂ ਸਾਡੇ ਸਾਹਮਣੇ ਆਉਣਗੇ। ਤਾਂ ਉਹ ਜਿਹੜੀ ਇੱਕ ਮਰਨ ਵਾਲੀ ਸੀਗੀ ਪ੍ਰਵਿਰਤੀ, ਕਿ ਹੁਣ ਲੱਗਦਾ ਕਿ ਮਰਨਾ ਨਹੀਂ, ਅਸੀਂ ਲੜਨਾ ਹੈ। ਲੜਨਾ ਮਤਲਬ ਕੁਰਬਾਨੀ ਵਾਲਾ ਜਜ਼ਬਾ ਜਿਹੜਾ ਉਹ ਪੰਜਾਬੀਆਂ ਦੇ ਵਿੱਚ ਹੁਣ ਪੈਦਾ ਹੋਇਆ ਹੈ। ਤਾਂ ਇਹ ਬਹੁਤ ਸਾਰੀਆਂ ਗੱਲਾਂ ਸਾਨੂੰ ਦੇਖਣ ਨੂੰ ਮਿਲਣਗੀਆਂ, ਜਿਹੜੀਆਂ ਲੀਡਰਾਂ ਦੀ ਸਿਆਸਤਦਾਨ ਵੀ ਸਾਡੇ ਪੰਜਾਬ ਦੇ ਇਸੇ ਕਰਕੇ ਡਰੇ ਹੋਏ ਨੇ, ਸਾਰੀਆਂ ਪੋਲੀਟੀਕਲ ਪਾਰਟੀਆਂ। ਉਹਨਾਂ ਨੂੰ ਲੱਗਦਾ ਹੈ ਕਿ ਇਹ ਤਾਂ ਗੱਲ ਗੜਬੜ ਹੋ ਰਹੀ ਹੈਗੀ ਹੈ, ਉਹਨਾਂ ਨੂੰ ਵੀ ਜਵਾਬਦੇਹੀ ਹੋਏਗੀ ਉਹਨਾਂ ਦੀ। ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕਿ ਲਹਿਰਾ ਗਾਗਾ ਦੇ ਕਿਸੇ ਪਿੰਡ ਦੇ ਵਿੱਚ ਯੂਥ ਹੈ ਜਿਹੜੇ ਲੀਡਰਾਂ ਨੂੰ ਪੁੱਛ ਰਹੇ ਸੀ। ਇਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਸਿਰਜਾਏਗਾ ਕਿ ਇਹ ਨਹੀਂ ਕਿ ਲੀਡਰ ਆਉਣਗੇ ਆਪਣੇ ਭਾਸ਼ਣ ਦੇ ਕੇ ਤੇ ਤਾੜੀਆਂ ਲੋਕ ਮਾਰ ਦੇਣਗੇ ਤੇ ਚਲੇ ਜਾਣਗੇ। ਤੇ ਹੁਣ ਲੱਗਦਾ ਕਿ ਜਦੋਂ ਲੀਡਰ ਜਾਣਗੇ ਉਹਨਾਂ ਨੂੰ ਤਿਆਰੀ ਨਾਲ ਜਾਣਾ ਪਏਗਾ। ਹੁਣ ਪੰਜਾਬ ਦੇ ਵਿੱਚ ਇਕੱਲੇ ਭਾਸ਼ਣਾਂ ਨਾਲ ਗੱਲ ਚੱਲਣੀ ਨਹੀਂ ਹੈਗੀ, ਲੋਕ ਸੱਥਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਖੜਾ ਕਰਿਆ ਕਰਨਗੇ। ਇਹ ਇੱਕ ਬਹੁਤ ਵੱਡਾ ਬਦਲਾਅ ਹੈਗਾ, ਇੱਕ ਆਸ਼ਾ ਭਰੀ ਜਾਣੀ, ਉਹਨਾਂ ਵਿੱਚ ਇੱਕ ਉਮੀਦ ਬਣਨੀ, ਇਹ ਬਹੁਤ ਵੱਡੀ ਗੱਲ ਹੈ। ਤੇ ਪੰਜਾਬ ਦੇ ਵਿੱਚ ਇਸ ਕਿਸਮ ਦਾ ਅਖਬਾਰਾਂ 'ਚ ਵੀ ਡੇਲੀ ਆ ਰਿਹਾ ਕਿ ਨਵੀਆਂ ਤਬਦੀਲੀਆਂ ਸਾਨੂੰ, ਜਾਂ ਨਵੇਂ ਰੁੱਖ ਹੈ, ਜਾਂ ਜਿਹੜੀ ਇੱਕ ਫਿਜ਼ਾ ਦੀ ਬਦਲਾਅ ਹੈ ਉਹ ਦੇਖਣ ਨੂੰ ਮਿਲੇਗਾ। ਚਰਨਜੀਤ ਜੀ, ਇਹ ਤਾਂ ਅਸੀਂ ਗੱਲਾਂ ਤੁਹਾਡੀ ਬਿਲਕੁਲ ਸਹਿਮਤ ਹੁੰਦੇ ਹਾਂ ਵੀ ਕਿ ਤੁਸੀਂ ਕਿਹਾ ਵੀ ਕਿ ਕਿਸਾਨੀ ਸੰਘਰਸ਼ ਜਿਹੜਾ ਹੈਗਾ ਇੱਕ ਨਵੀਂ ਸੋਚ, ਇੱਕ ਨਵੀਂ ਦਿਸ਼ਾ ਜਿਹੜੇ ਆ ਪੰਜਾਬ ਦੇ ਨੌਜਵਾਨਾਂ ਨੂੰ ਦੇਵੇਗਾ, ਜੋ ਕਿ ਅਸੀਂ ਦੇਖ ਵੀ ਸਕਦੇ ਹਾਂ ਵੀ ਕਿ ਜਿਵੇਂ ਜਿਵੇਂ ਠੰਡ ਵੱਧਦੀ ਜਾ ਰਹੀ ਹੈ ਉਵੇਂ ਉਵੇਂ ਸਾਡੇ ਬਜ਼ੁਰਗ, ਨੌਜਵਾਨ, ਸਾਡੀ ਬੀਬੀਆਂ, ਮਾਤਾਵਾਂ, ਭੈਣਾਂ ਦਿੱਲੀ ਵੱਲ ਉਵੇਂ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਨੇ। ਅਸੀਂ ਜਾਣਨਾ ਇਹ ਚਾਹਾਂਗੇ ਵੀ ਕਿ ਉੱਥੇ ਕਿਸਾਨਾਂ ਦਾ, ਹਰ ਵਰਗ ਦਾ ਉੱਥੇ ਜਿਹੜਾ ਇਕੱਠ ਹੈ ਉਹ ਵੱਧਦਾ ਜਾ ਰਿਹਾ। ਕੀ ਕੇਂਦਰ ਸਰਕਾਰ ਇਹ ਡੈਡਲੋਕ ਦੀ ਸਥਿਤੀ ਨੂੰ ਤੋੜਨ 'ਚ ਕਾਮਯਾਬ ਹੋ ਸਕੇਗੀ? ਨਹੀਂ, ਇਹਦੇ ਵਿੱਚ ਇੱਕ ਬੜਾ ਹੁਣ ਸੈਂਟਰ ਗੌਰਮੈਂਟ ਨੂੰ ਜਿਹੜੀ ਇੱਕ ਗੱਲ ਸਾਹਮਣੇ ਆ ਰਹੀ ਹੈ ਨਾ, ਉਹਦੇ ਵਿੱਚ ਇਹ ਹੈ ਕਿ ਇੱਕ ਤਾਂ ਜਿਹੜੇ ਆਪਣੇ ਅੰਦਰੂਨੀ ਪ੍ਰੈਸ਼ਰ ਹੈ, ਇੱਕ ਘੋਲ ਦਾ ਆਪਣਾ ਪ੍ਰੈਸ਼ਰ ਹੁੰਦਾ ਹੈ, ਇੱਕ ਟੈਨਸ਼ਨ ਤਾਂ ਹੁੰਦੀ ਹੈਗਾ ਨਾ, ਕਿਉਂਕਿ ਉਧਰ ਬੰਗਾਲ ਦੀਆਂ ਚੋਣਾਂ ਵੀ ਹੈ ਅੱਗੇ ਆ ਰਹੀਆਂ ਨੇ, ਉਹ ਆਪਣਾ ਉੱਥੇ ਉਹਨਾਂ ਟਾਈਮ ਨਹੀਂ ਦੇ ਪਾਉਣਗੇ, ਜਿਹੜੀ એનર્ਜੀ ਹੈ ਉਹ ਇੱਥੇ ਲੱਗ ਰਹੀ ਹੈ ਉਹਨਾਂ ਦੀ। ਤਾਂ ਇੱਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਹੈਗਾ ਉਹ 19 ਦਸੰਬਰ ਨੂੰ ਆ ਰਿਹਾ, ਤੇ ਕਿਤੇ ਨਾ ਕਿਤੇ ਇਹ ਇਸ਼ਾਰਾ ਵੀ ਕੀਤਾ ਗਿਆ ਹੈਗਾ ਪੋਲੀਟੀਕਲ ਜਿਹੜੇ ਸਾਡੇ
ਮਾਫ ਕਰਨਾ ਆਪਣੇ ਜਿਹੜੇ ਕਿਸਾਨ ਨੇਤਾ ਨੇ ਜੀ ਕਿ ਕਿਸਾਨ ਉਸ ਦਿਨ ਜਿਹੜੇ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਹੈ ਉੱਥੇ ਮੱਥਾ ਟੇਕਣ ਜਾ ਸਕਦੇ ਨੇ। ਜੀ ਤਾਂ ਇੱਕ ਇਹ ਪ੍ਰੈਸ਼ਰ ਬਣਿਆ ਕਿ ਕਿਵੇਂ ਨਾ ਕਿਵੇਂ ਜੇ ਅਗਰ ਕਿਸਾਨ ਅੰਦੋਲਨ ਉੱਥੋਂ ਕਿਸਾਨ ਉੱਠ ਕੇ ਦਿੱਲੀ ਦੇ ਵਿੱਚ ਇੰਟਰ ਹੁੰਦੇ ਨੇ, ਜੀ ਚਾਹੇ ਕਿਸਾਨ ਧਿਰਾਂ ਨੂੰ ਲੱਗਦਾ ਕਿ ਕਿਸੇ ਕਿਸਮ ਦੀ ਕੋਈ ਧਾਰਮਿਕ ਟੱਚ ਨਾ ਦਿੱਤੀ ਜਾਵੇ, ਜੀ। ਪਰ ਮੈਨੂੰ ਲੱਗਦਾ ਕਿ ਕਿਸਾਨ ਜਿਹੜੇ ਜਾਂ ਕੁਝ ਲੋਕ ਹੈ ਉਹ ਇਹ ਸੋਚ ਸਕਦੇ ਨੇ ਕਿ ਉਹ ਉੱਥੋਂ ਚਾਲੇ ਪਾ ਸਕਦੇ ਨੇ ਕਿ ਜੀ ਅਸੀਂ ਤਾਂ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜੇ ਤੇ ਉੱਥੇ ਮੱਥਾ ਟੇਕਣ ਅਸੀਂ ਜਾਣਾ ਹੈਗਾ। ਤਾਂ ਇਸ ਮੌਕੇ ਜੇ ਗਵਰਨਮੈਂਟ ਰੋਕਦੀ ਹੈਗੀ ਹੈ ਤਾਂ ਹੋਰ ਕਿਸਮ ਦੀ ਗੱਲ ਬਣੇਗੀ। ਤਾਂ ਸੈਂਟਰ ਗਵਰਨਮੈਂਟ ਨੂੰ ਲੱਗਦਾ ਹੈਗਾ ਕਿ ਅਸੀਂ ਉਸ ਤੋਂ ਪਹਿਲਾਂ ਆਪਣੀ ਗੱਲ ਚਲਾਈਏ, ਕਿਉਂਕਿ 14 ਤਰੀਕ ਤੱਕ ਤਾਂ ਇਹਨਾਂ ਨੇ ਰੋਕਿਆ ਹੋਇਆ ਸੀ ਕਿਸਾਨ ਧਿਰਾਂ ਨੇ, ਤੇ 15 ਤਰੀਕ ਨੂੰ ਉਮੀਦ ਹੈ ਕਿ ਉਹਨਾਂ ਨੂੰ ਆਏਗਾ ਇੱਕ ਨਵੀਂ ਪ੍ਰਪੋਜ਼ਲ ਆਏਗੀ। ਉਹਦੇ ਵਿੱਚ ਮਤਲਬ ਇਹ ਲੱਗਦਾ ਹੈ ਭਾਰਤ ਸਰਕਾਰ ਨੂੰ ਕਿ ਅਸੀਂ 19 ਤਰੀਕ ਤੋਂ ਪਹਿਲਾਂ ਕੋਈ ਨਾ ਕੋਈ ਇਹਦਾ ਅਸੀਂ ਜਿਹੜਾ ਹੱਲ ਕੱਢੀਏ। ਤਾਂ ਕਿਸਾਨਾਂ ਦਾ ਪਹਿਲੇ ਦਿਨੋਂ ਇਹ ਰੌਂ ਹੈਗਾ ਕਿ ਕਿਸਾਨਾਂ ਨੇ ਕਦੇ ਵੀ ਗੱਲਬਾਤ ਨਹੀਂ ਤੋੜੀ, ਭੱਜੇ ਨਹੀਂ। ਹੁਣ ਵੀ ਕਿਸਾਨ ਜਿਹੜੇ ਆਗੂ ਹੈ ਇਹੀ ਕਹਿ ਰਹੇ ਨੇ ਕਿ ਜੀ ਤੁਸੀਂ ਨਵੀਂ ਪ੍ਰਪੋਜ਼ਲ ਦਿਓ, ਅਸੀਂ ਗੱਲਬਾਤ ਲਈ ਆਵਾਂਗੇ। ਹੁਣ ਭਾਜਪਾ ਨੇ ਦੋਨੇ ਟਾਈਮ ਦਾ ਆਪਣੇ ਜਿਹੜੇ ਹੱਲਾ ਵਾਲਾ ਨੀਤੀ ਹੈ ਉਹ ਵੀ ਜਾਰੀ ਰੱਖੀ ਹੋਈ ਹੈ, ਨਾਲ ਗੱਲਬਾਤ ਵਾਲੀ ਵੀ ਰੱਖੀ ਹੈ, ਔਰ ਕਿਸਾਨਾਂ ਨੇ ਕਦੇ ਵੀ ਕੋਈ ਰਾਹ ਹੈ ਜਿਹੜਾ ਉਹ ਮੋਰਚਾ ਬੰਦ ਨਹੀਂ ਕੀਤਾ। ਔਰ ਇਹਦੇ ਵਿੱਚ ਇੱਕ ਅਤਿਸ਼ ਮੈਨੂੰ ਜਿਹੜੀ ਨਵੀਂ ਗੱਲਾਂ ਕੁਝ ਪਤਾ ਲੱਗੀਆਂ ਕਿ ਨਾ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਸੀ ਜਾਂ ਪੰਜਾਬ ਸਰਕਾਰ ਸੀ ਜਿਹੜੀ ਕਾਂਗਰਸ ਸਰਕਾਰ ਦੀ ਗਵਰਨਮੈਂਟ ਹੈ, ਤੇ ਉਹਦੇ ਵਿੱਚ ਇਹਨਾਂ ਨੇ ਸ਼ੁਰੂ ਤੋਂ ਜਿਵੇਂ ਖੇਤੀ ਬਿੱਲ ਸੋਧ ਬਿੱਲ ਬਣਾਏ ਤਾਂ ਪਹਿਲਾਂ ਕਹਿੰਦੇ ਰਹੇ ਕਿ ਤਿੰਨੇ ਕਾਨੂੰਨ ਆ ਜਿਹੜੇ ਵਾਪਸ ਹੋਣੇ ਚਾਹੀਦੇ ਹੈ, ਔਰ ਕਿਸਾਨਾਂ ਦੀ ਸੁਰ ਨਾਲ ਸੁਰ ਇਹਨਾਂ ਨੇ ਮਿਲਾਈ ਔਰ ਇਸ ਤੇ ਪਹਿਰਾ ਦਿੱਤਾ ਕਿ ਖੇਤੀ ਕਾਨੂੰਨ ਆ ਜਿਹੜੇ ਵਾਪਸ ਹੋਣੇ ਚਾਹੀਦੇ ਨੇ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਜਦੋਂ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ ਪਿਛਲੇ ਦਿਨਾਂ ਤੋਂ, ਉਸ ਤੋਂ ਸੈਕੰਡ ਡੇ ਤੋਂ ਕਾਂਗਰਸ ਦੀ ਪੰਜਾਬ ਦੀ ਇੱਕ ਟੋਨ 'ਚ ਬੜਾ ਫਰਕ ਆ ਰਿਹਾ ਹੈਗਾ। ਪੰਜਾਬ ਕਾਂਗਰਸ ਨੇ ਜਿਹੜੀ ਜੇ ਆਪਾਂ ਕਹਿ ਦਈਏ ਪੰਜਾਬ ਸਰਕਾਰ ਨੇ ਦਿੱਲੀ ਦੇ ਵਿੱਚ ਇੱਕ ਆਪਣੀ ਟੀਮ ਅਫਸਰਾਂ ਦੀ ਲਾਈ ਹੋਈ ਆ ਪੂਰੀ, ਉਹਨਾਂ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਹੈਗਾ ਕਿ ਤੁਸੀਂ ਜਿਹੜੇ ਕਿਸਾਨਾਂ ਦੇ ਆਗੂ ਉਹਨਾਂ ਨੂੰ ਮਿਲਦੇ ਨੇ, ਉਹਨਾਂ ਨਾਲ ਮੀਟਿੰਗਾਂ ਕਰਦੇ ਨੇ ਅਨਅਫੀਸ਼ੀਅਲੀ, ਉਹਨਾਂ ਨੂੰ ਕਹਿੰਦੇ ਕਿ ਤੁਸੀਂ ਜੀ ਮੰਨ ਜਾਓ, ਉਹਨਾਂ ਨੂੰ ਕਹਿੰਦੇ ਕਿ ਤੁਸੀਂ ਆਪਣਾ ਜਿੰਨਾ ਵੀ ਸੈਂਟਰ ਨੇ ਤੁਹਾਡੇ ਲਈ ਬਹੁਤ ਕਰਤਾ, ਇਹ ਤੁਸੀਂ ਕਹਿੰਦਾ ਸਾਰੇ ਮੁਲਕ ਦੀ ਲੜਾਈ ਨਾ ਬਣਾਓ, ਇਹਨੂੰ ਤੁਸੀਂ ਆਪਣੇ ਪੰਜਾਬ ਦਾ ਸੋਚੋ, ਤੁਸੀਂ ਆਪਣਾ ਸੋਚੋ। ਪਰ ਪੰਜਾਬੀ ਤਾਂ ਸੋਚਦੀ ਸਰਬੱਤ ਦਾ ਭਲਾ ਵਾਲਾ ਕਨਸੈਪਟ ਸਾਡੇ ਬਾਬਿਆਂ ਨੇ ਏਡਾ ਵੱਡਾ ਫਲਸਫਾ ਦਿੱਤਾ ਸਾਨੂੰ, ਤੇ ਕਿਸਾਨ ਆਗੂ ਨਹੀਂ ਮੰਨਦੇ। ਪੰਜਾਬ ਸਰਕਾਰ ਦੀ ਦਿਲਚਸਪੀ ਪਤਾ ਨਹੀਂ ਅਚਾਨਕ ਇੰਨੀ ਕਿਉਂ ਜਾਗੀ ਹੈਗੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ, ਕਿ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਕਿ ਸੈਂਟਰ ਗਵਰਨਮੈਂਟ ਜੇ ਕੁਝ ਦਿੰਦੀ ਹੈ ਤਾਂ ਲੈ ਲਓ, ਤੇ ਨਹੀਂ ਤੁਸੀਂ ਇਸ ਗੱਲ ਨੂੰ ਵਧਾਓ ਨਾ, ਜਲਦੀ ਖਤਮ ਕਰੋ। ਤਾਂ ਰਵਨੀਤ ਬਿੱਟੂ ਵੀ ਕੱਲ ਤੋਂ ਇਸ ਕਿਸਮ ਦੀ ਬੋਲਣ ਲੱਗੇ ਨੇ। ਤਾਂ ਇਹ ਬੜੀ ਇੱਕ ਅਜੀਬ ਗੱਲ ਹੈਗੀ ਹੈ, ਕਿਉਂਕਿ ਕਿਸਾਨਾਂ ਦੀ ਲੜਾਈ ਦੇਖੋ ਸੈਂਟਰ ਗਵਰਨਮੈਂਟ ਨਾਲ ਹੈਗੀ ਹੈ, ਤੇ ਉਹ ਸੈਂਟਰ ਗਵਰਨਮੈਂਟ ਨਾਲ ਲੜ ਰਹੇ ਨੇ। ਤੇ ਇਹ ਦਖਲ ਜੇ ਸੱਚੀ ਮੁੱਚੀ ਤੁਸੀਂ ਸੀਰੀਅਸ ਹੋ ਕਿਸਾਨਾਂ ਪ੍ਰਤੀ, ਪੰਜਾਬ ਦੇ ਮੁੱਖ ਮੰਤਰੀ ਸੀਰੀਅਸ ਨੇ, ਪੂਰੀ ਸਰਕਾਰ ਸੰਜੀਦਾ ਹੈ ਕਿਸਾਨਾਂ ਨੂੰ ਲੈ ਕੇ ਕਿ ਉੱਥੇ ਠੰਡ ਦਾ ਮੌਸਮ ਹੈ, ਕਿਸਾਨ ਬੈਠੇ ਸੋ ਝੱਲੇ ਨਹੀਂ ਜਾ ਰਹੇ, ਤਾਂ ਫਿਰ ਸਰਕਾਰ ਇਹ ਕਰੇ ਕਿ ਜਿਹੜੇ ਉੱਥੇ ਕਿਸਾਨਾਂ ਦੀ ਮੌਤ ਹੋ ਗਈ 11-12 ਦੀ ਪਿਛਲੇ ਦਿਨਾਂ 'ਚ, 15 ਦੇ ਕਰੀਬ, ਤੁਹਾਡੀ ਗੱਲ ਠੀਕ ਹੈ, 15 ਦੇ ਕਰੀਬ ਗਿਣਤੀ ਪਹੁੰਚ ਗਈ ਹੈ, ਤਾਂ ਉਹਨਾਂ ਨੂੰ ਜਿਹੜਾ ਮੁਆਵਜ਼ੇ ਵਾਲੀ ਗੱਲ ਹੈਗੀ ਹੈ ਉਹ ਪੰਜਾਬ ਸਰਕਾਰ ਨੇ ਦੇਣਾ। ਤੇ ਪੰਜਾਬ ਦੇ ਵਿੱਚ ਤਾਂ ਕਿਸਾਨ ਧਿਰਾਂ ਨੂੰ ਧਰਨੇ ਲਾਉਣੇ ਪੈ ਰਹੇ ਨੇ ਮੁਆਵਜ਼ਾ ਲੈਣ ਲਈ। ਉਹਨਾਂ ਦੀਆਂ ਡੈੱਡ ਬੋਡੀਆਂ ਜਿਹੜੀਆਂ ਹਫ਼ਤਾ ਜਿਹੜੀਆਂ ਹਸਪਤਾਲਾਂ ਦੇ ਵਿੱਚ ਪਈਆਂ ਰਹਿੰਦੀਆਂ ਨੇ, ਤਾਂ ਸਰਕਾਰ ਜੇ ਸੱਚੀ ਮੁੱਚੀ ਚਾਹੁੰਦੀ ਹੈਗੀ ਹੈ ਕਿਸਾਨਾਂ ਦਾ ਦਰਦ ਹੈਗਾ, ਤਾਂ ਉਹਨਾਂ ਨੂੰ ਕੋਈ ਮੁਆਵਜ਼ਾ ਨੀਤੀ ਬਣਾ ਦਿੱਤੀ ਜਾਵੇ ਕਿ ਅੰਦੋਲਨ 'ਚ ਜਿਹੜਾ ਕੁਝ ਹੋਏਗਾ। ਬਾਕੀ ਜਿਹੜੀਆਂ ਸੁਸਾਈਡ ਵਿਕਟਮ ਫੈਮਿਲੀਜ਼ ਹੈਗੀਆਂ ਨੇ ਜਿਨ੍ਹਾਂ ਨੂੰ ਸਰਕਾਰ ਨੇ ਅਨਾਉਂਸ ਕੀਤਾ ਵਾ ਮੁਆਵਜ਼ਾ, ਉਹ ਨਹੀਂ ਦਿੱਤਾ, ਉਹ ਦੇ ਦੇਵੇ। ਉਸ ਤੋਂ ਬਿਨਾਂ ਜਿਹੜਾ ਕਰਜ਼ਾ ਮਾਫੀ ਵਾਲਾ, ਚਲੋ ਠੀਕ ਹੈ ਕਿਸਾਨ ਉੱਥੇ ਬੈਠੇ ਹੈ, ਤਾਂ ਸੈਂਟਰ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਇੱਕ ਤੋਹਫਾ ਤਿਆਰ ਕਰਨ ਕਿਸਾਨਾਂ ਲਈ ਕਿ ਜਿੰਨੇ ਵੀ ਕਰਜ਼ੇ ਮਾਫੀ ਦਾ ਵਾਅਦਾ ਕੀਤਾ ਹੈ ਚੋਣ ਮੈਨੀਫੈਸਟੋ ਦੇ ਵਿੱਚ, ਉਹ ਸਾਰੇ ਕਿਸਾਨਾਂ ਦਾ ਬੈਠੇ ਬਿਠਾਏ ਦਾ ਮਾਫ ਕਰ ਦੇਣ। ਪਰ ਪਤਾ ਨਹੀਂ ਕਿਉਂ ਉੱਥੇ ਇਹ ਲੱਗੇ ਹੋਏ ਨੇ ਕਿ ਵੀ ਤੁਸੀਂ ਜੀ ਆਪਣੀ ਗੱਲਬਾਤ ਨਿਬੇੜੋ। ਇਹ ਗੱਲ ਸਮਝ ਨਹੀਂ ਪੈ ਰਹੀ ਕਿ ਇਹਦੇ ਅਫਸਰ ਸਾਰੇ ਉੱਥੇ, ਪੁਲਿਸ ਅਫਸਰ ਵੀ ਗਏ ਹੋਏ ਨੇ ਤੇ ਸਿਵਲ ਦੇ ਅਧਿਕਾਰੀ ਵੀ ਗਏ ਹੋਏ ਨੇ, ਸਾਰੇ ਕਹਿ ਰਹੇ ਨੇ ਕਿ ਜੀ ਤੁਸੀਂ ਨਿਬੇੜ ਲਓ ਛੇਤੀ। ਹੁਣ ਜੇ ਕਿਸਾਨਾਂ ਦਾ ਦਰਦ ਹੋਵੇ ਤਾਂ ਪਹਿਲਾਂ ਪੰਜਾਬ ਸਰਕਾਰਾਂ ਫੈਸਲੇ ਲੈ ਲਈ, ਕਰਜ਼ਾ ਮਾਫ ਕਰ ਦੇ, ਦੂਸਰੇ ਜਿਹੜੇ ਵਿਕਟਮ ਫੈਮਿਲੀਜ਼ ਆ ਉਹਨਾਂ ਨੂੰ ਮੁਆਵਜ਼ਾ ਦੇ ਦੇ, ਤੇ ਮੁੜ ਕੇ ਫਿਰ ਕਹਦੇ ਫਿਰ ਤਾਂ ਗੱਲ ਸਮਝ ਪੈਂਦੀ ਹੈ। ਇਹ ਆਪਣੇ ਵਾਅਦੇ ਪੂਰੇ ਕਰਨ। ਪੰਜਾਬ ਕਾਂਗਰਸ ਪਹਿਲਾਂ ਕਹਿੰਦੀ ਸੀ ਕਿ ਅਸੀਂ ਉੱਥੇ ਜੰਤਰ ਮੰਤਰ ਤੇ ਜਾਖੜ ਹੋਰਾਂ ਨੇ ਕਿਹਾ ਸੀਗਾ, ਚਾਹੇ ਹੁਣ ਸੰਕੇਤਕ ਤੌਰ ਤੇ 5-5 ਮੈਂਬਰ ਉੱਥੇ ਬੈਠਦੇ ਨੇ, ਤੇ ਹੁਣ ਇਹਨਾਂ ਨੇ ਸ਼ੰਭੂ ਬਾਰਡਰ ਤੇ ਕਹਿ ਦਿੱਤਾ ਹੈਗਾ। ਤੇ ਦੂਸਰੀ ਤਾਂ ਆਮ ਆਦਮੀ ਪਾਰਟੀ ਵਾਲੇ ਨੇ, ਉਹ ਆਪਣਾ ਬਾਜਾ ਵਜਾ ਰਹੇ ਨੇ। ਪਰ ਮੈਨੂੰ ਲੱਗਦਾ ਕਿ ਪੋਲੀਟੀਕਲ ਲੋਕਾਂ ਨੂੰ ਇੱਕ ਵੱਖਰੀ ਮੂਵ ਬਣਾ ਲੈਣੀ ਚਾਹੀਦੀ ਹੈ ਜੇ ਕਿਸਾਨਾਂ ਦੀ ਹਮਦਰਦੀ ਹੈ। ਪਰ ਇਹ ਸਾਰੇ ਪੂਰੇ ਸਿਆਸੀ ਸਿਸਟਮ ਦੇ ਵਿੱਚ ਕਿਸਾਨ ਹੈ ਜਿਹੜੇ ਉਹ ਕਿਸੇ ਤੇ ਭਰੋਸਾ ਨਹੀਂ ਕਰ ਰਹੇ। ਕਿਸਾਨ ਆਪਣੀ ਲੜਾਈ ਆਪ ਲੜ ਰਹੇ ਨੇ। ਲੱਗਦਾ ਕਿ ਆਉਣੇ ਦਿਨਾਂ ਦੇ ਵਿੱਚ ਜਿਹੜਾ ਇਹ ਮਸਲਾ
ਕਿਸਾਨ ਹੈ ਉਹ ਕੁਛ ਨਾ ਕੁਛ ਜ਼ਰੂਰ ਲੈ ਕੇ ਸੈਂਟਰ ਤੋਂ ਜਿਹੜਾ ਪੰਜਾਬ ਪਰਤਣਗੇ। ਜੀ ਧੰਨਵਾਦ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।